ਵੀ ਕਲਗੀਧਰ ਪਾਤਸ਼ਾਹ ਵਰਗਾ ਮਹਾਨ ਰਣਨੀਤਿਕ ਜਰਨੈਲ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਸੀਮਤ ਵਸੀਲਿਆਂ ਦੇ ਹੁੰਦਿਆਂ, ਸੀਮਤ ਹਥਿਆਰਾਂ ਦੇ ਹੁੰਦਿਆਂ ਉਸ ਮੁਗਲ ਸਲਤਨਤ ਦੇ ਨਾਲ ਟਾਕਰਾ ਕੀਤਾ ਜਿਸ ਔਰੰਗਜ਼ੇਬ ਦਾ ਰਾਜ ਕਸ਼ਮੀਰ ਤੋਂ ਲੈ ਕੇ ਅਫਗਾਨਿਸਤਾਨ ਤੱਕ ਕਾਇਮ ਸੀ। ਵਿੱਚੋਂ ਪਾਕਿਸਤਾਨ ਨਿਕਲ ਗਿਆ, ਬੰਗਲਾਦੇਸ਼ ਨਿਕਲ ਗਿਆ, ਹੋਰ ਛੋਟੇ ਮੁਲਕ ਨਿਕਲੇ। ਇੰਨੇ ਵੱਡੇ ਰਾਜ ਭਾਗ ਦਾ ਮਾਲਕ ਔਰੰਗਜ਼ੇਬ ਤੇ ਕਲਗੀਧਰ ਪਾਤਸ਼ਾਹ ਜੀ ਕੋਲ ਸੀਮਤ ਹਥਿਆਰ, ਸੀਮਤ ਵਸੀਲੇ, ਪਰ ਆਪਣੀ ਰਣਨੀਤਿਕ ਸੋਚ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਉਹਨੂੰ ਮਾਤ ਪਾਈ, ਹਰਾਇਆ। 6 ਮਹੀਨੇ ਤੱਕ ਕਿਲਾ ਆਨੰਦਗੜ੍ਹ ਸਾਹਿਬ ਨੂੰ 22 ਧਾਰ ਦੇ ਰਾਜਿਆਂ ਨੇ, ਮੁਗਲ ਫੌਜ ਨੇ ਘੇਰਾ ਪਾ ਕੇ ਰੱਖਿਆ। ਹਰੇਕ ਤਰ੍ਹਾਂ ਦੇ ਨਾਲ ਉਹਨਾਂ ਨੇ ਵਿਉਂਤਬੰਦੀ ਬਣਾਈ, ਹਰੇਕ ਪਾਸੇ ਅਸਫਲ ਹੋਏ। ਤੇ ਪੁਰਾਣੇ ਖਰੜਿਆਂ ਵਿੱਚ ਇਹ ਵੀ ਮਿਲਦਾ ਵੀ ਕਲਗੀਧਰ ਪਾਤਸ਼ਾਹ ਜੀ ਕੋਲ ਖੁਫੀਆ ਰਿਪੋਰਟ ਕਰਨ ਵਾਲੇ ਸਿੰਘ ਵੀ ਮੌਜੂਦ ਸਨ, ਜਿਹਦੇ ਵਿੱਚ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਚੜ੍ਹਤ ਸਿੰਘ ਦਾ, ਚੜ੍ਹਤ ਸਿੰਘ ਬਰਾੜ, ਜੋ ਕਿ ਮੁਗਲ ਫੌਜ ਵਿੱਚ ਰਹਿ ਕੇ ਵੀ ਕਲਗੀਧਰ ਪਾਤਸ਼ਾਹ ਜੀ ਨੂੰ ਰਿਪੋਰਟ ਦਿਆ ਕਰਦਾ ਸੀ। ਜਦੋਂ ਮੁਗਲ ਹਾਥੀ ਲੈ ਕੇ ਆਏ, ਮਸਤ ਹਾਥੀ ਨੂੰ 22 ਧਾਰ ਦੇ ਰਾਜਿਆਂ ਨੇ, ਮੁਗਲਾਂ ਨੇ ਉਹਨੂੰ ਨਸ਼ਾ ਪਿਲਾਇਆ, ਉਹਦੇ ਮੱਥੇ ਦੇ ਨਾਲ 7 ਤਵੀਆਂ ਲੋਹੇ ਦੀਆਂ ਬੰਨੀਆਂ, ਉਹਦੀ ਸੁੰਡ ਦੇ ਨਾਲ ਕਿਰਪਾਨ ਬੰਨੀ ਵੀ ਕਿਲਾ ਆਨੰਦਗੜ੍ਹ ਸਾਹਿਬ ਦੇ ਦਰਵਾਜ਼ੇ ਨੂੰ ਹਾਥੀ ਜਦੋਂ ਟੱਕਰ ਮਾਰੇਗਾ, ਅੰਦਰ ਗਿਣਤੀ ਦੇ ਸਿੰਘ ਨੇ, ਇਹਨਾਂ ਨੂੰ ਫੜ ਲਾਂਗੇ। ਪਰ ਸਤਿਗੁਰੂ ਜੀ ਕੋਲ ਪਹਿਲਾਂ ਹੀ ਖੁਫੀਆ ਰਿਪੋਰਟ ਪਹੁੰਚ ਚੁੱਕੀ ਸੀ ਤੇ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਥਾਪੜਾ ਦਿੱਤਾ, ਨਾਗਣੀ ਵਰਛਾ ਦਿੱਤਾ, ਆਖਿਆ ਬੱਬਰ ਸ਼ੇਰ ਸਾਡਾ ਮਸਤ ਹਾਥੀ ਦੇ ਨਾਲ ਮੁਕਾਬਲਾ ਕਰੇਗਾ। ਕੀ ਹੋਇਆ? ਜਿੱਥੇ ਸਿੱਖ ਸੰਗਤ ਦੇ ਵਿੱਚ ਘਬਰਾਹਟ ਸੀ ਵੀ ਮਸਤ ਹਾਥੀ ਹਮਲਾ ਕਰਨ ਵਾਸਤੇ ਆ ਰਿਹਾ ਹੈ, ਉਦੋਂ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਘਬਰਾਉਣ ਦੀ ਲੋੜ ਨਹੀਂ, ਸਾਡੇ ਕੋਲ ਬੱਬਰ ਸ਼ੇਰ ਹੈ, ਭਾਈ ਬਚਿੱਤਰ ਸਿੰਘ ਇਹ ਹਾਥੀ ਦਾ ਮੁਕਾਬਲਾ ਕਰੇਗਾ। ਤੇ ਭਾਈ ਬਚਿੱਤਰ ਸਿੰਘ ਨੇ ਸਤਿਗੁਰੂ ਜੀ ਕੋਲੋਂ ਨਾਗਣੀ ਵਰਛਾ ਲਿਆ, ਥਾਪੜਾ ਲਿਆ ਤੇ ਆਖਿਆ ਸਤਿਗੁਰੂ ਜੀ ਤੁਹਾਡਾ ਮੇਰਾ ਭਰਿਆ ਹੱਥ ਮੇਰੇ ਸਿਰ ਤੇ ਹੋਵੇ, ਇੱਕ ਹਾਥੀ ਕੀ ਮੈਂ ਸੈਂਕੜੇ ਹਾਥੀਆਂ ਦਾ ਮੁਕਾਬਲਾ ਕਰ ਸਕਦਾ, ਪਰ ਤੁਹਾਡੀ ਕਿਰਪਾ ਚਾਹੀਦੀ ਹੈ, ਤੁਹਾਡੀ ਮੈਨੂੰ ਬਖਸ਼ਿਸ਼ ਚਾਹੀਦੀ ਹੈ। ਤੇ ਆਖਰ ਅਚਾਨਕ ਕਿਲੇ ਦਾ ਦਰਵਾਜ਼ਾ ਖੁੱਲਦਾ ਹੈ। ਹੁਣ ਅੰਦਰ ਇਤਿਹਾਸਕਾਰਾਂ ਨੇ ਜਿਹੜੇ ਕਿਲੇ ਦੇ ਅੰਦਰ ਗਿਣਤੀ ਲਿਖੀ ਹੈ, 400 ਦੇ ਕਰੀਬ ਇਤਿਹਾਸਕਾਰਾਂ ਨੇ ਗਿਣਤੀ ਲਿਖੀ ਵੀ 400 ਦੇ ਕਰੀਬ ਸਿੰਘ, ਬੱਚੇ, ਬੁੜੇ, ਜਵਾਨ ਸਾਰੇ ਕਿਲੇ ਦੇ ਅੰਦਰ ਸਨ ਸਤਿਗੁਰੂ ਜੀ ਦੇ ਨਾਲ। ਤੇ ਮਸਤ ਹਾਥੀ ਤੇ ਵਾਰ ਕੀਤਾ। ਜਦੋਂ ਭਰਮਾ ਮਸਤ ਹਾਥੀ ਉਹਦੀ 7 ਤਵੀਆਂ ਨੂੰ ਚੀਰਦਾ ਹੋਇਆ ਨਾਗਣੀ ਵਰਛਾ ਤੇ ਉਹਦੇ ਸਿਰ ਵਿੱਚ ਖੁੱਭਿਆ, ਇੰਨਾ ਭਰਮਾ ਵਾਰ ਕੀਤਾ, ਉਹ ਹਾਥੀ ਝੰਗਾੜਦਾ ਹੋਇਆ ਪਿਛਾਂਹ ਨੂੰ ਭੱਜਿਆ, ਆਪਣੀ ਫੌਜ ਦਾ ਨੁਕਸਾਨ ਕੀਤਾ। ਹੁਣ ਪਹਾੜੀ ਰਾਜੇ ਤੇ ਮੁਗਲ ਇੱਕ ਕਹਿ ਸਕਦੇ ਆਪਣੇ ਮਨ ਅੰਦਰ ਹਾਰ ਮੰਨ ਬੈਠੇ ਸਨ ਵੀ ਇਸ ਕਿਲੇ ਨੂੰ ਅਸੀਂ ਜਿੱਤ ਨਹੀਂ ਸਕਦੇ, ਕਿਉਂਕਿ 6 ਮਹੀਨੇ ਤੋਂ ਘੇਰਾ ਪਿਆ, ਸਮਾਂ ਹੋ ਗਿਆ, ਪਰ ਅਸਫਲ ਸਨ। ਹੁਣ ਇੱਥੇ ਗੱਲ ਧਿਆਨ ਦਿਓ, ਕਿਲਾ ਆਨੰਦਗੜ੍ਹ ਸਾਹਿਬ ਵਿਖੇ ਪੁਰੋਹਿਤ ਪਰਮਾਨੰਦ ਕਹਿੰਦੇ ਗੀਤਾ ਲੈ ਕੇ ਆਉਂਦਾ, ਉਹ ਸਹੁੰ ਖਾਂਦਾ ਵੀ 22 ਧਾਰ ਦੇ ਰਾਜਿਆਂ ਵੱਲੋਂ ਮੈਂ ਆਇਆ ਵੀ ਜੇਕਰ ਤੁਸੀਂ ਕਿਲਾ ਛੱਡਦੇ ਹੋ ਤੁਹਾਡੇ ਤੇ ਕੋਈ ਹਮਲਾ ਨਹੀਂ ਕਰੇਗਾ। ਤੇ ਇੱਥੇ ਹੀ ਵਲੀ ਹਸਨ ਸਮਾਣੇ ਦਾ ਰਹਿਣ ਵਾਲਾ ਔਰੰਗਜ਼ੇਬ ਦਾ ਭੇਜਿਆ ਹੋਇਆ ਇਲਾਚੀ, ਉਹ ਹੱਥ ਵਿੱਚ ਉਹਦੇ ਕੁਰਾਨ ਹੈ ਤੇ ਨਾਲ ਇੱਕ ਚਿੱਠੀ ਹੈ, ਉਹ ਵੀ ਲੈ ਕੇ ਕਲਗੀਧਰ ਪਾਤਸ਼ਾਹ ਜੀ ਕੋਲ ਪਹੁੰਚਦਾ ਹੈ। ਆਖਦਾ ਹੈ ਉਹ ਚਿੱਠੀ ਔਰੰਗਜ਼ੇਬ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਲਿਖੀ ਸੀ, ਜਿਹਦੇ ਵਿੱਚ ਔਰੰਗਜ਼ੇਬ ਲਿਖਦਾ ਹੈ ਵੀ ਮੈਂ ਇੰਨੀ ਵੱਡੀ ਸਲਤਨਤ ਦਾ ਬਾਦਸ਼ਾਹ ਹਾਂ, ਮੇਰੀ ਬਹੁਤ ਬਦਨਾਮੀ ਹੋ ਰਹੀ ਹੈ, ਬੇਇੱਜ਼ਤੀ ਹੋ ਰਹੀ ਹੈ ਵੀ 6 ਮਹੀਨੇ ਤੋਂ ਮੇਰੀਆਂ ਫੌਜਾਂ ਤੁਹਾਡੇ ਕੋਲੋਂ ਕਿਲਾ ਨਹੀਂ ਖਾਲੀ ਕਰਵਾ ਸਕੀਆਂ। ਮੇਰੀ ਤੁਹਾਨੂੰ ਇਹੀ ਬੇਨਤੀ ਹੈ ਕਿ ਤੁਸੀਂ ਦੀਨਾ ਕਾਂਗੜ ਵੱਲ ਲੰਘ ਜਾਓ, ਕੁਝ ਦਿਨ ਵਾਸਤੇ ਮੇਰੀ ਇੱਜ਼ਤ ਰਹਿ ਜਾਏਗੀ ਤੇ ਮੁੜ ਤੁਸੀਂ ਦੁਬਾਰਾ ਜਿੱਥੇ ਤੁਹਾਡਾ ਦਿਲ ਕਰੇ ਤੁਸੀਂ ਰਹਿ ਸਕਦੇ ਹੋ, ਮੁੜ ਭਾਵੇਂ ਆਨੰਦਪੁਰ ਸਾਹਿਬ ਆ ਜਾਣਾ, ਪਰ ਕੁਝ ਚਿਰ ਵਾਸਤੇ ਕਿਲਾ ਛੱਡ ਦਿਓ, ਮੇਰੀ ਇੱਜ਼ਤ ਰਹਿ ਜਾਏਗੀ, ਨਹੀਂ ਤਾਂ ਤੁਹਾਨੂੰ ਵੇਖ ਕੇ ਹੋਰ ਥਾਂ ਤੇ ਵੀ ਬਗਾਵਤ ਹੋਣ ਦਾ ਖਤਰਾ ਹੈ। ਹੁਣ 2 ਸੁਨੇਹੇ ਮਿਲੇ
6 ਮਹੀਨੇ ਤੋਂ ਸਿੱਖ ਅੰਦਰ ਕਿਲੇ ਦੇ ਭੁੱਖੇ ਭਾਣੇ, ਰਾਸ਼ਨ ਪਾਣੀ ਮੁੱਕ ਗਿਆ, ਬਸਤਰ ਪਾਟ ਗਏ, ਪਰ ਫਿਰ ਵੀ ਸਿੰਘ ਚੜ੍ਹਦੀ ਕਲਾ ਵਿੱਚ ਬਾਣੀ ਪੜ੍ਹਦੇ ਤੇ ਚੜ੍ਹਦੀ ਕਲਾ ਵਿੱਚ। ਕਿਉਂ? ਕਲਗੀਧਰ ਪਾਤਸ਼ਾਹ ਜੀ ਉਹਨਾਂ ਦੇ ਨਾਲ ਸਨ। ਹੁਣ ਸਤਿਗੁਰੂ ਜੀ ਨੇ ਸਿੱਖਾਂ ਨੂੰ ਆਖਿਆ ਵੀ ਮੈਨੂੰ ਇਹਨਾਂ ਮੁਗਲਾਂ ਦੀ ਕਸਮਾਂ ਸੁਗੰਧਾਂ ਤੇ ਮੈਨੂੰ ਬਿਲਕੁਲ ਐਤਬਾਰ ਨਹੀਂ, ਮੈਂ ਇਹਨਾਂ ਤੇ ਭਰੋਸਾ ਨਹੀਂ ਕਰਦਾ, ਇਹ ਧੋਖੇਬਾਜ਼ ਨੇ। ਪਰ ਸਾਰੇ ਆਖਣ ਲੱਗੇ ਵੀ ਨਹੀਂ, ਸਾਨੂੰ ਇੱਕ ਵਾਰੀ ਕਹਿਣਾ ਮੰਨਣਾ ਚਾਹੀਦਾ ਹੈ। ਹੁਣ ਸਤਿਗੁਰੂ ਜੀ ਆਖਣ ਲੱਗੇ ਜੇ ਤੁਹਾਡੇ ਮਨ ਵਿੱਚ ਇਹੀ ਵਹਿਮ ਹੈ ਤੇ ਤੁਹਾਡਾ ਮੈਂ ਵਹਿਮ ਦੂਰ ਕਰ ਦਿੰਦਾ। ਸਤਿਗੁਰੂ ਸੁਨੇਹਾ ਦਿੱਤਾ ਵੀ ਅੱਜ ਰਾਤ ਨੂੰ ਅਸੀਂ ਕਿਲਾ ਛੱਡਾਂਗੇ। ਜਿਹੜਾ ਕਿਲੇ ਦੇ ਅੰਦਰ ਵਾਧੂ ਦਾ ਸਮਾਨ ਸੀ ਬੇਲੋੜਾ, ਉਹ ਉਹਨਾਂ ਨੇ ਖਚਰਾਂ ਤੇ ਲੱਦਿਆ ਤੇ ਬਲਦਾਂ ਦੇ ਸਿੰਘਾਂ ਦੇ ਨਾਲ ਮਿਸਾਲਾਂ ਬੰਨ੍ਹ ਕੇ ਜਦੋਂ ਖਚਰਾਂ ਰੇੜੇ ਬਾਹਰ ਕੱਢੇ ਤੇ ਮੁਗਲ ਫੌਜ ਤੇ ਬਾਈ ਧਾਰ ਦੀ ਫੌਜ ਟੁੱਟ ਕੇ ਪੈ ਗਈ ਵੀ ਸਤਿਗੁਰੂ ਜੀ ਦਾ ਕੀਮਤੀ ਖਜ਼ਾਨਾ ਜਾ ਰਿਹਾ, ਖਜ਼ਾਨਾ ਲੁੱਟ ਲਈਏ। ਜਦੋਂ ਮਾਰੋ ਮਾਰ ਕਰਕੇ ਵੇਖਿਆ ਵੀ ਅੰਦਰ ਹੈ ਹੀ ਕੁਝ ਨਹੀਂ, ਵਾਧੂ ਦਾ ਸਮਾਨ, ਬੜੇ ਸ਼ਰਮਸਾਰ ਹੋਏ। ਫਿਰ ਮਾਫੀਆਂ ਮੰਗੀਆਂ ਵੀ ਸਾਡੇ ਕੋਲੋਂ ਗਲਤੀ ਹੋਈ ਹੈ, ਤੁਸੀਂ ਕਿਲਾ ਛੱਡ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ। ਅੰਦਰ 400 ਦੇ ਕਰੀਬ ਸਿੰਘ ਨੇ। ਹੁਣ ਸਾਰੇ ਸਿੰਘਾਂ ਨੇ ਜਦੋਂ ਮਾਤਾ ਜੀ ਕੋਲ ਅਰਜ਼ ਗੁਜ਼ਾਰੀ, ਕਿਉਂਕਿ ਇੱਥੋਂ 40 ਸਿੰਘ ਵਧਾਵਾ ਦੇ ਕੇ ਵੀ ਨਿਕਲ ਗਏ ਸਨ ਭਾਈ ਮਹਾਂ ਸਿੰਘ ਦੀ ਕਮਾਂਡ ਹੇਠ। ਹੁਣ ਸਤਿਗੁਰੂ ਜੀ ਨੇ ਇਹ ਨਿਰਣਾ ਲਿਆ, ਅੱਧੀ ਰਾਤ ਵੇਲੇ ਸਤਿਗੁਰੂ ਜੀ ਨੇ ਕਿਲਾ ਛੱਡਿਆ। ਹੁਣ ਸਤਿਗੁਰੂ ਜੀ ਨੇ ਕਿਲਾ ਛੱਡਿਆ, ਸਭ ਤੋਂ ਅੱਗੇ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਉਦੈ ਸਿੰਘ ਜੀ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਵਹੀਰ ਦੇ ਅੱਗੇ ਅਗਵਾਈ ਕਰ ਰਹੇ ਸਨ, ਤੇ ਵਹੀਰ ਦੇ ਪਿੱਛੇ ਭਾਈ ਬੁੱਢਾ ਸਿੰਘ ਜੀ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ, ਇਹ ਦੋ ਵਹੀਰ ਦੇ ਪਿੱਛੇ ਤੁਰੇ ਜਾ ਰਹੇ ਸਨ। ਹੁਕਮ ਸੀ ਕਲਗੀਧਰ ਪਾਤਸ਼ਾਹ ਜੀ ਜੇ ਪਿੱਛੋਂ ਮੁਗਲ ਫੌਜ ਆਉਂਦੀ ਹੈ ਤੇ ਉਹਨਾਂ ਦਾ ਮੁਕਾਬਲਾ ਕਰਨਾ ਹੈ। ਹੁਣ ਗੱਲ ਧਿਆਨ ਦਿਓ, ਸਤਿਗੁਰੂ ਜੀ ਨੂੰ ਪਤਾ ਸੀ ਮੁਗਲਾਂ ਨੇ ਹਮਲਾ ਪਿੱਛੋਂ ਕਰਨਾ ਹੀ ਕਰਨਾ ਹੈ। ਹੁਣ ਪਿੱਛੇ ਭਾਈ ਬੁੱਢਾ ਸਿੰਘ ਜੀ ਤੇ ਸਾਹਿਬਜ਼ਾਦਾ ਅਜੀਤ ਸਿੰਘ, ਇਹ ਪਿੱਛਾਂ ਵਹੀਰ ਦੇ ਤੁਰੇ ਜਾ ਰਹੇ ਨੇ। ਅੰਦਰ ਵਹੀਰ ਭੁੱਖਾ ਭਾਣਾ 6 ਮਹੀਨਿਆਂ ਤੋਂ ਉਹ ਤੁਰੇ ਜਾ ਰਿਹਾ। ਤੇ ਜਦੋਂ ਝੱਖੀਆਂ ਪਿੰਡ ਪਹੁੰਚਦੇ ਨੇ, ਆਪਾਂ ਸਰਸਾ ਨਦੀ ਤੇ ਵਿਛੋੜਾ ਆਖਦੇ ਆ, ਸਰਸਾ ਨਦੀ ਤੋਂ ਉਰਲੇ ਪਾਸੇ ਜਿਹੜਾ ਪਿੰਡ ਹੈ ਝੱਖੀਆਂ ਪਿੰਡ ਹੈ, ਉਸ ਪਿੰਡ ਜਦੋਂ ਪਹੁੰਚਦੇ, ਹੁਣ ਅੱਧੀ ਰਾਤ ਨੂੰ ਕਿਲਾ ਛੱਡਿਆ, ਉੱਥੇ ਤੱਕ ਪਹੁੰਚਦਿਆਂ ਅੰਮ੍ਰਿਤ ਵੇਲਾ ਹੋ ਗਿਆ। ਉਧਰ ਮੁਗਲ ਮਾਰੋ ਮਾਰ ਕਰਦੇ ਹੋਏ ਮੁਗਲ ਫੌਜ ਪਿਛਾਂ ਆ ਗਈ। ਉਧਰ ਜੰਗ ਸ਼ੁਰੂ ਹੋ ਗਿਆ। ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਬੁੱਢਾ ਸਿੰਘ ਇਹ ਪਿੱਛੇ ਜੰਗ ਲੜ ਰਹੇ ਨੇ। ਤੇ ਅੱਗੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ, ਉਦੋਂ ਸਿੱਖਾਂ ਨੂੰ ਹੁਕਮ ਕਰਦੇ ਨੇ ਵੀ ਅੰਮ੍ਰਿਤ ਵੇਲਾ ਹੋਇਆ, ਨਿਤਨੇਮ ਪ੍ਰਾਰੰਭ ਕੀਤਾ ਜਾਏ। ਪੰਜਾਂ ਬਾਣੀਆਂ ਨਿਤਨੇਮ ਹੋਇਆ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ, ਪਿੱਛੇ ਜੰਗ ਚੱਲ ਰਹੀ ਹੈ। ਇਹ ਝੱਖੀਆਂ ਪਿੰਡ ਸਰਸਾ ਨਦੀ ਦਾ ਉਰਲਾ ਕਿਨਾਰਾ ਤੇ ਪਰਲੇ ਪਾਸੇ ਸਰਹੰਦ ਦਾ ਨਵਾਬ ਵਜ਼ੀਰ ਖਾਨ, ਉਹ ਮੁਗਲ ਫੌਜ ਲੈ ਕੇ ਅਗਲੇ ਪਾਸੋਂ ਹਮਲਾ ਕਰਨ ਵਾਸਤੇ ਤੁਰਿਆ ਹੈ। ਪਿੱਛੇ ਵੀ ਮੁਗਲ ਫੌਜ ਹੈ, ਵਿੱਚ ਸਰਸਾ ਨਦੀ ਹੈ ਜੋ ਕਿ ਤੂਫਾਨੀ ਵੇਗ ਵਿੱਚ ਵਹਿ ਰਹੀ ਹੈ, ਹੜ ਆਇਆ ਹੈ, ਤੇ ਅੱਗੇ ਵਜ਼ੀਰ ਖਾਨ ਉਹ ਫੌਜ ਲੈ ਕੇ ਤੁਰਿਆ ਹੈ। ਸਤਿਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਇੱਥੇ ਫੌਜ ਦੇ ਕੇ ਅਗਾਂਹ ਭੇਜਿਆ ਵੀ ਤੂੰ ਰਸਤੇ ਵਿੱਚ ਵਜ਼ੀਰ ਖਾਨ ਦਾ ਮੁਕਾਬਲਾ ਕਰਨਾ ਹੈ। ਹੁਣ ਭਾਈ ਬਚਿੱਤਰ ਸਿੰਘ ਜੀ ਅਗਾਂਹ ਪਹੁੰਚੇ ਨੇ। ਹੁਣ ਇੱਧਰ ਸਤਿਗੁਰੂ ਜੀ ਨੇ ਹੁਣ ਸਰਸਾ ਨਦੀ ਜੋ ਕਿ ਪੂਰੇ ਜੋਬਨ ਤੇ ਵਹਿ ਰਹੀ ਸੀ, ਨਿਰਣਾ ਲਿਆ ਵੀ ਇਹਨੂੰ ਪਾਰ ਕੀਤਾ ਜਾਏ। ਹੁਣ ਸਤਿਗੁਰੂ ਜੀ ਆਪਣੇ ਸਿੰਘਾਂ ਦੇ ਨਾਲ ਜਦੋਂ ਸਰਸਾ ਨਦੀ ਨੂੰ ਪਾਰ ਕਰਨ ਲੱਗੇ, ਪਾਰ ਕੀਤਾ। ਸਾਡਾ ਬਹੁਤ ਕੀਮਤੀ ਸਮਾਨ ਜਿਹਦੇ ਵਿੱਚ ਧਾਰਮਿਕ ਗ੍ਰੰਥ ਉਹ ਸਰਸਾ ਦੇ ਭੇਟ ਚੜ ਗਿਆ। ਅਣਗਿਣਤ ਸਿੱਖ ਸਰਸਾ ਨਦੀ ਦੇ ਭੇਟ ਚੜ ਗਏ ਤੇ ਆਖਰ ਸਰਸਾ ਨਦੀ ਨੂੰ ਪਾਰ ਕੀਤਾ ਗਿਆ। ਗੁਰੂ ਸਾਹਿਬ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਸੁੰਦਰ ਕੌਰ, ਭਾਈ ਮਨੀ ਸਿੰਘ ਤੇ ਕੁਝ ਸਿੰਘ ਇਹ ਦਿੱਲੀ ਵਾਲੇ ਪਾਸੇ ਤੁਰ ਗਏ, ਤੇ ਕਲਗੀਧਰ ਪਾਤਸ਼ਾਹ ਨਾਲ 5 ਪਿਆਰੇ ਤੇ 40 ਸਿੰਘ ਇਹ ਚਮਕੌਰ ਵਾਲੇ ਪਾਸੇ, ਚਮਕੌਰ ਪਿੰਡ ਉਧਰ ਨੂੰ ਤੁਰੇ ਨੇ। ਤੇ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ ਕੁਝ ਸਿੰਘ ਇਹ ਉਹਨਾਂ ਤੋਂ ਵਿਛੜ ਗਏ ਨੇ, ਇਹ ਚੌਂਤੇ ਪਿੰਡ ਵੱਲ ਤੁਰੇ ਨੇ। ਹੁਣ 3 ਹਿੱਸਿਆਂ ਵਿੱਚ ਪਰਿਵਾਰ ਵੰਡਿਆ ਗਿਆ।
ਛੋਟੇ ਸਾਹਿਬਜ਼ਾਦੇ ਮਾਤਾ ਸਾਹਿਬ ਕੌਰ ਕੁਝ ਸਿੰਘ ਇਹ 34 ਪਿੰਡ ਵੱਲ ਤੁਰੇ ਨੇ, ਤੇ ਕਲਗੀਧਰ ਪਾਤਸ਼ਾਹ 40 ਸਿੰਘ ਤੇ 5 ਪਿਆਰੇ ਇਹ ਚਮਕੌਰ ਸਾਹਿਬ ਵੱਲ ਤੁਰੇ ਨੇ। ਹੁਣ ਅੱਗੇ ਭਾਈ ਬਚਿੱਤਰ ਸਿੰਘ ਜੀ ਨੂੰ ਹਮਲਾ ਕਰਨ ਵਾਸਤੇ ਭੇਜਿਆ ਸੀ, ਉੱਥੇ ਉਹ ਵਜ਼ੀਰ ਖਾਨ ਦਾ ਮੁਕਾਬਲਾ ਕਰ ਰਹੇ ਨੇ। ਜਦੋਂ ਸਤਿਗੁਰੂ ਜੀ ਚਮਕੌਰ ਪਿੰਡ ਦੀ ਜੂਹ ਵਿੱਚ ਪਹੁੰਚੇ ਤੇ ਸਤਿਗੁਰੂ ਨੂੰ ਸੁਨੇਹਾ ਮਿਲਦਾ ਹੈ ਵੀ ਸਾਰੇ ਸਿੰਘ ਸ਼ਹੀਦ ਹੋ ਗਏ ਨੇ, ਬਚਿੱਤਰ ਸਿੰਘ ਜ਼ਖਮੀ ਹਾਲਤ ਵਿੱਚ ਤੜਫ ਰਿਹਾ ਹੈ। ਸਤਿਗੁਰੂ ਜੀ ਨੇ ਉੱਥੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਬੁੱਢਾ ਸਿੰਘ ਜੀ ਨੂੰ ਭੇਜਿਆ ਵੀ ਭਾਈ ਵਿਧੀ ਸਿੰਘ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਇੱਥੇ ਲਿਆਉਂਦਾ ਜਾਏ। ਹੁਣ ਸਿੰਘ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਜਦੋਂ ਚਮਕੌਰ ਪਿੰਡ ਵਿੱਚ ਪਹੁੰਚੇ, ਹੁਣ ਸਤਿਗੁਰੂ ਜੀ ਦਾ ਇੱਥੇ ਸਿੱਖ ਰਹਿੰਦਾ ਹੈ, ਕੋਟਲਾ ਨਿਹੰਗ ਖਾਨ ਕਰਕੇ ਨਾਮ ਹੁੰਦਾ ਹੈ, ਜਾਤ ਦਾ ਮੁਸਲਮਾਨ ਹੈ। ਹੁਣ ਇਹਦੀ ਸਿੱਖੀ 6ਵੇਂ ਪਾਤਸ਼ਾਹ ਤੋਂ ਇਹ ਗੁਰੂ ਨਾਨਕ ਦੇ ਘਰ ਦੇ ਨਾਲ ਜੁੜਿਆ ਹੈ। ਅੱਗੇ ਆਪਾਂ ਸਰਵਣ ਕਰਾਂਗੇ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਆਪਣੇ ਘਰ ਰੱਖਿਆ। ਗਨੀ ਖਾਨ, ਨਬੀ ਖਾਨ ਜਦੋਂ ਸਤਿਗੁਰੂ ਜੀ ਉੱਚ ਦਾ ਪੀਰ ਬਣੇ ਸਨ, ਉਹ ਕੋਟਲਾ ਨਿਹੰਗ ਖਾਨ ਦੇ ਭੂਆ ਦੇ ਪੁੱਤਰ ਸਨ, ਭੂਆ ਉਮਰੀ ਦੇ ਪੁੱਤਰ ਸਨ। ਹੁਣ ਕੋਟਲਾ ਨਿਹੰਗ ਖਾਨ ਦੇ ਘਰ ਸਤਿਗੁਰੂ ਜੀ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਲੈ ਕੇ ਆਪਣੇ ਸਿੰਘਾਂ ਦੇ ਨਾਲ ਪਹੁੰਚੇ ਤੇ ਕੋਟਲਾ ਨਿਹੰਗ ਖਾਨ ਦੀ ਜ਼ਿੰਮੇਵਾਰੀ ਲਾਈ ਵੀ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਵਿੱਚ ਹੈ, ਬੇਹੋਸ਼ੀ ਦੀ ਹਾਲਤ ਵਿੱਚ ਹੈ, ਵੀ ਇਹਦੀ ਦੇਖ ਰੇਖ ਕਰਨੀ ਹੈ। ਸਤਿਗੁਰੂ ਜੀ ਅਗਾਂਹ ਤੁਰ ਗਏ ਹੁਣ ਚਮਕੌਰ ਪਿੰਡ ਵਿਖੇ। ਹੁਣ ਇੱਧਰ ਕੋਟਲਾ ਨਿਹੰਗ ਖਾਨ ਭਾਈ ਬਚਿੱਤਰ ਸਿੰਘ ਦੀ ਸੇਵਾ ਵਿੱਚ ਜੁਟ ਗਿਆ। ਘਰ ਲੜਕੀ ਹੈ ਮੁਮਤਾਜ, ਇਤਿਹਾਸ ਵਿੱਚ ਨਾਂ ਆਉਂਦਾ ਹੈ। ਆਪਣੀ ਲੜਕੀ ਦੀ ਜ਼ਿੰਮੇਵਾਰੀ ਲਾਈ ਵੀ ਗੁਰੂ ਦਾ ਸਿੰਘ ਸਾਡੇ ਘਰ ਆਇਆ ਹੈ, ਜ਼ਖਮੀ ਹਾਲਤ ਵਿੱਚ ਹੈ, ਬੇਹੋਸ਼ੀ ਹਾਲਤ ਵਿੱਚ ਹੈ, ਮੱਲਮ ਪੱਟੀ ਜੋ ਸਾਡੇ ਕੋਲੋਂ ਸਰੇਗਾਸੀ ਦਾ ਕਰਨਾ ਹੈ। ਉਧਰ ਮੁਗਲ ਫੌਜ ਲੱਭਦੀ ਲਭਾਉਂਦੀ ਕੋਟਲਾ ਨਿਹੰਗ ਖਾਨ ਦੇ ਘਰ ਪਹੁੰਚਦੀ ਹੈ। ਪੁੱਛਦੀ ਹੈ ਇੱਥੇ ਬਾਗੀ ਗੁਰੂ ਗੋਬਿੰਦ ਸਿੰਘ ਉਹ ਇੱਧਰ ਆਇਆ, ਤੇਰੇ ਘਰ ਤਾਂ ਨਹੀਂ ਆਇਆ। ਹੁਣ ਕੋਟਲਾ ਨਿਹੰਗ ਖਾਨ ਆਖਦਾ ਹੈ ਵੀ ਮੇਰੇ ਘਰ ਦੀ ਤੁਸੀਂ ਤਲਾਸ਼ੀ ਲੈ ਸਕਦੇ ਹੋ। ਸਾਰੇ ਘਰ ਦੀ ਤਲਾਸ਼ੀ ਲਈ। ਜਿਹੜਾ ਕਮਰਾ ਬੰਦ ਸੀ ਜਿਹਦੇ ਵਿੱਚ ਉਹਦੀ ਸਪੁੱਤਰੀ ਮੁਮਤਾਜ ਤੇ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ 'ਚ ਪਿਆ ਸੀ, ਉੱਥੇ ਉਹਨੇ ਕੁੰਡੀ ਲਾਈ ਹੋਈ ਸੀ। ਹੁਣ ਪੁੱਛਦੇ ਕਮਰਾ ਬੰਦ ਹੈ, ਕਮਰਾ ਖੁੱਲਾ, ਅੰਦਰ ਕੌਣ? ਦੇਖੋ ਉਸ ਮਹਾਨ ਕਹਿ ਸਕਦੇ ਆ ਮੁਸਲਮਾਨ ਹੁੰਦਿਆਂ ਜਦੋਂ ਗੁਰੂ ਨਾਲ ਕੈਸਾ ਪਿਆਰ ਸੀ, ਜਿਹੜੇ ਬੋਲ ਉਹਨੇ ਆਖੇ ਉਹ ਕੋਈ ਨਹੀਂ ਆਖ ਸਕਦਾ। ਆਖਣ ਲੱਗਾ ਇਸ ਕਮਰੇ ਅੰਦਰ ਮੇਰੇ ਧੀ ਤੇ ਜਵਾਈ ਨੇ, ਜੇ ਤੁਸੀਂ ਆਖੋ ਤੇ ਮੈਂ ਕਮਰਾ ਖੋਲ ਦੇਵਾਂ, ਖਲਵਾ ਸਕਦਾ। ਉਧਰ ਮੁਮਤਾਜ ਦੇ ਕੰਨਾਂ ਵਿੱਚ ਆਪਣੇ ਪਿਤਾ ਦੀ ਆਵਾਜ਼ ਪਈ, ਜਿਹਦਾ ਮੰਗਣਾ ਹੋ ਚੁੱਕਾ ਸੀ ਬੱਸੀ ਪਠਾਣਾ ਦੇ ਪਠਾਨ ਦੇ ਨਾਲ, ਕੇਵਲ ਨਿਕਾਹ ਬਾਕੀ ਸੀ। ਪਿਤਾ ਦੇ ਇਹ ਬੋਲ ਸੁਣੇ, ਆਪਣੇ ਮਨ ਅੰਦਰ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ। ਫੌਜ ਵਾਪਸ ਮੁੜ ਗਈ। ਉੱਥੇ ਭਾਈ ਬਚਿੱਤਰ ਸਿੰਘ ਦੀ ਸ਼ਹਾਦਤ ਹੁੰਦੀ ਹੈ। ਹੁਣ ਪਿਤਾ ਪੁੱਛਦਾ ਹੈ ਨਿਕਾਹ ਵਾਸਤੇ ਮੁਮਤਾਜ ਨੂੰ। ਮੁਮਤਾਜ ਕਹਿੰਦੀ ਪੁੱਤਾ ਜੀ ਨਿਕਾਹ ਕਾਹਦਾ ਹੋਣਾ, ਵੀ ਜਿਹੜੇ ਤੁਸੀਂ ਬੋਲ ਆਖੇ ਉਹ ਬੋਲ ਮੇਰੇ ਕੰਨਾਂ ਵਿੱਚ ਪਏ। ਮੈਂ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ, ਇਹਨਾਂ ਦੀ ਸ਼ਹਾਦਤ ਹੋ ਗਈ, ਹੁਣ ਮੈਂ ਵਿਆਹ ਨਹੀਂ ਕਰਾਉਣਾ। ਇਤਿਹਾਸ ਵਿੱਚ ਜ਼ਿਕਰ ਹੈ 125 ਸਾਲ ਉਮਰ ਮੁਮਤਾਜ ਨੇ ਸੰਸਾਰ ਅੰਦਰ ਬਤੀਤ ਕੀਤੀ, ਉਹਨੇ ਵਿਆਹ ਨਹੀਂ ਕਰਾਇਆ। ਉੱਥੇ ਉਹਦਾ ਅਸਥਾਨ ਬਣਿਆ, ਉਹਨੂੰ ਭੂਆ ਮੁਮਤਾਜ ਦੇ ਨਾਲ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਨੇ ਉਹ ਯਾਦ ਕਰਦੇ ਨੇ, ਭੂਆ ਮੁਮਤਾਜ। ਉਹਨੇ ਵਿਆਹ ਨਹੀਂ ਕਰਾਇਆ, ਮੁੜ 125 ਸਾਲ ਤੱਕ ਉਹ ਸੰਸਾਰ ਤੇ ਰਹੀ। ਉਧਰ ਕਲਗੀਧਰ ਪਾਤਸ਼ਾਹ ਬੁੱਧੀ ਚੰਦ ਦੀ ਹਵੇਲੀ ਹੈ, ਚਮਕੌਰ ਦੀ ਗੜੀ ਜਿਹਨੂੰ ਆਪਾਂ ਆਖਦੇ ਆ, ਕੱਚੀ ਹਵੇਲੀ ਸੀ, ਗਾਰੇ ਦੀ ਚੜਾਈ ਸੀ। ਹੁਣ ਸਤਿਗੁਰੂ ਜੀ ਦੇ ਨਾਲ ਇਤਿਹਾਸਕਾਰਾਂ ਨੇ ਗਿਣਤੀ ਲਿਖੀ ਹੈ ਵੀ 48-49 ਦੇ ਕਰੀਬ ਸਤਿਗੁਰੂ ਜੀ ਨਾਲ ਸਿੰਘ ਸਨ। 40 ਸਿੰਘ ਸਨ, 5 ਪਿਆਰੇ ਤੇ ਨਾਲ 2 ਸਾਹਿਬਜ਼ਾਦੇ ਤੇ ਸਤਿਗੁਰੂ ਜੀ ਆਪ। ਹੁਣ ਸਤਿਗੁਰੂ ਜੀ ਨੇ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ, ਕਈਆਂ ਨੇ ਭਾਈ ਕੋਠਾ ਸਿੰਘ ਵੀ ਲਿਖਿਆ ਹੈ, ਇਹਨਾਂ ਦੀ ਜ਼ਿੰਮੇਵਾਰੀ ਹਵੇਲੀ ਦੇ ਦਰਵਾਜ਼ੇ ਤੇ ਲਾਈ। 8 ਸਿੰਘ ਸਤਿਗੁਰੂ ਜੀ ਨੇ ਹਵੇਲੀ ਦੇ ਚਾਰੇ ਕੋਨਿਆਂ ਤੇ ਨਿਯੁਕਤ ਕਰ ਦਿੱਤੇ। ਆਪ ਸਤਿਗੁਰੂ ਜੀ ਮੋਂਟੀ ਤੇ ਉੱਪਰ ਚੜੇ ਵੀ ਨਿਗਰਾਨੀ ਕੀਤੀ ਜਾਏ ਕਿਹੜੇ ਪਾਸੋਂ ਫੌਜ ਆਉਂਦੀ ਹੈ। ਹੁਣ 22 ਧਾਰ ਦੇ ਰਾਜੇ ਤੇ ਮੁਗਲ ਫੌਜ ਜਿਨ੍ਹਾਂ ਦੀ ਗਿਣਤੀ ਇਤਿਹਾਸ ਵਿੱਚ 10 ਲੱਖ ਲਿਖੀ ਹੈ। ਇਹ ਦੁਨੀਆ ਦਾ ਐਸਾ ਵਿਲੱਖਣ ਯੁੱਧ ਸੀ। ਹੁਣ ਕਲਗੀਧਰ ਪਾਤਸ਼ਾਹ ਰਾਤ ਨੂੰ ਜਾਗਦੇ ਨੇ, ਆਪਣੇ ਸਿੰਘਾਂ ਕੋਲ ਜਾਂਦੇ ਨੇ, ਜਿਹਦੇ ਕੇਸ ਢਿੱਲੇ ਨੇ ਉਹਦਾ ਮੁੜ ਜੂੜਾ ਕਰਦੇ ਨੇ।
ਜਿਹਦੀ ਦਸਤਾਰ ਲੱਥ ਗਈ ਉਹਦੀ ਮੁੜ ਦਸਤਾਰ ਬੰਨ੍ਹਦੇ ਨੇ। ਹੁਣ ਕੱਲੇ ਕੱਲੇ ਸਿੰਘ ਕੋਲ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਕੱਲ ਇਹਨਾਂ ਵਿੱਚੋਂ ਕੋਈ ਵੀ ਮੇਰੇ ਕੋਲ ਨਹੀਂ ਹੋਵੇਗਾ। ਆਪਣੇ ਸਾਹਿਬਜ਼ਾਦਿਆਂ ਕੋਲ ਜਾਂਦੇ ਨੇ, ਉਹਨਾਂ ਦੇ ਮੁੱਖ ਚੁੰਮਦੇ ਨੇ। ਹੁਣ ਸਤਿਗੁਰੂ ਜੀ ਹੁਣ ਸਾਰੀ ਰਾਤ ਆਪ ਆਪਣੇ ਸਿੱਖਾਂ ਦਾ, ਗੜੀ ਦਾ ਉਹਨਾਂ ਨੇ ਉਸ ਰਾਤ ਪਹਿਰਾ ਦਿੱਤਾ, ਕਿਉਂਕਿ ਸਿੱਖ ਹਾਰੇ ਥੱਕੇ ਸਨ, ਭੁੱਖੇ ਭਾਣੇ ਸਨ, ਕਿਉਂਕਿ ਅੱਤ ਦੀ ਠੰਡ ਵੀ ਹੈ, ਸਰਸਾ ਨਦੀ ਪਾਰ ਕੀਤੀ ਹੈ, ਬਸਤਰ ਵੀ ਭਿੱਜੇ ਹੋਏ ਨੇ, ਹੇਠਾਂ ਵਿਛਾਉਣ ਵਾਸਤੇ ਵੀ ਕੋਈ ਗਰਮ ਬਸਤਰ ਨਹੀਂ, ਉੱਪਰ ਲੈਣ ਵਾਸਤੇ ਵੀ ਕੋਈ ਬਸਤਰ ਨਹੀਂ। ਪਰ ਕਲਗੀਧਰ ਪਾਤਸ਼ਾਹ ਜੀ ਉਹਨਾਂ ਦੇ ਨਾਲ ਨੇ। ਗੁਰੂ ਨਾਲ ਹੋਵੇ ਤੇ ਫਿਰ ਠੰਡ, ਕੋਈ ਮੁਸੀਬਤ ਮਨੁੱਖ ਨੂੰ ਵਿਆਪ ਨਹੀਂ ਸਕਦੀ। ਹੁਣ ਕਰਦਿਆਂ ਕਰਦਿਆਂ ਅਗਲਾ ਦਿਨ ਚੜ੍ਹਿਆ। ਹੁਣ ਸਿੰਘ ਜਥੇ ਵਿੱਚ ਜਾਂਦੇ ਰਹੇ। ਜਦੋਂ ਸਿੰਘ ਮੁੱਕ ਗਏ, ਹੁਣ ਕਲਗੀਧਰ ਪਾਤਸ਼ਾਹ ਜੀ ਨੇ ਆਪ ਕਮਰ ਕਸਾ ਕੀਤਾ, ਸਿੰਘਾਂ ਨੂੰ ਆਖਿਆ ਹੁਣ ਅਸੀਂ ਜੰਗ ਦੇ ਮੈਦਾਨ ਵਿੱਚ ਜਾਣਾ ਹੈ। ਹੁਣ ਕਲਗੀਧਰ ਪਾਤਸ਼ਾਹ ਜੀ ਆਖਦੇ ਨੇ ਵੀ ਮੈਂ ਜੰਗ ਦੇ ਮੈਦਾਨ ਵਿੱਚ ਜਾਣਾ ਹੈ। ਇਹਦੇ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਜੀ ਉਹ ਸਤਿਗੁਰੂ ਦੇ ਸਾਹਮਣੇ ਆਏ, ਕਹਿੰਦੇ ਪਿਤਾ ਜੀ ਮੇਰੇ ਹੁੰਦਿਆਂ ਤੁਹਾਨੂੰ ਜੰਗ ਵਿੱਚ ਜਾਣ ਦੀ ਲੋੜ ਨਹੀਂ, ਮੈਂ ਜੰਗ ਦੇ ਮੈਦਾਨ ਵਿੱਚ ਜਾਵਾਂਗਾ। ਤੇ ਕਲਗੀਧਰ ਪਾਤਸ਼ਾਹ ਜੀ ਆਖਣ ਲੱਗੇ ਬਾਹਰ 10 ਲੱਖ ਫੌਜ ਹੈ, ਤੁਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਉਦੋਂ ਬਾਬਾ ਅਜੀਤ ਸਿੰਘ ਜੀ ਨੇ ਜਿਹੜੇ ਬਚਨ ਆਖੇ, ਅੱਲਾ ਯਾਰ ਖਾਲੋ ਯੋਗੀ ਲਿਖਦਾ ਹੈ, ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਅਗਰ ਜੀਤਾ ਗਿਆ ਤਾਂ ਜੀਤਾ ਵਾਪਸ ਨਹੀਂ ਆਊਂਗਾ। ਨਾਮ ਮੇਰਾ ਅਜੀਤ ਹੈ, ਪਹਿਲੀ ਗੱਲ ਮੈਨੂੰ ਕੋਈ ਜਿੱਤ ਨਹੀਂ ਸਕਦਾ, ਜੇ ਕਿਸੇ ਨੇ ਜਿੱਤ ਵੀ ਲਿਆ ਮੈਂ ਵਾਪਸ ਨਹੀਂ ਆਉਣਾ, ਉੱਥੇ ਹੀ ਸ਼ਹਾਦਤ ਦਾ ਜਾਮ ਪੀਵਾਂਗਾ। ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਅਗਰ ਜੀਤਾ ਗਿਆ ਤਾਂ ਜੀਤਾ ਵਾਪਸ ਨਹੀਂ ਆਊਂਗਾ। ਤੇ ਕਲਗੀਧਰ ਪਾਤਸ਼ਾਹ ਜੀ ਨੇ ਗਲਵਕੜੀ ਵਿੱਚ ਲੈ ਲਿਆ, ਕਹਿਣ ਲੱਗੇ ਅੱਜ ਤੁਸੀਂ ਇਤਿਹਾਸ ਦਾ ਰੁੱਖ ਬਦਲ ਕੇ ਰੱਖ ਦਿੱਤਾ। ਜੇ ਮੈਂ ਤੁਹਾਨੂੰ ਆਵਾਜ਼ ਮਾਰ ਕੇ ਜੰਗ ਦੇ ਮੈਦਾਨ ਵਿੱਚ ਭੇਜਦਾ ਤੇ ਗੱਲ ਕੁਝ ਹੋਰ ਹੋਣੀ ਸੀ। ਤੁਸੀਂ ਆਪਣੇ ਆਪ ਆਪਣਾ ਆਪਾ ਸਮਰਪਿਤ ਕੀਤਾ ਹੈ। ਕੱਲ ਜਦੋਂ ਵੀ ਧਰਮ ਤੇ ਆ ਬਣੇਗੀ ਕੋਈ ਮੁਸੀਬਤ, ਤੁਹਾਡੇ ਵਰਗੇ ਸੈਂਕੜੇ ਨੌਜਵਾਨ ਆਪਣੇ ਆਪ ਆ ਕੇ ਸ਼ਹੀਦੀਆਂ ਦਿਆ ਕਰਨਗੇ, ਕੁਰਬਾਨੀ ਦਿਆ ਕਰਨਗੇ, ਆਵਾਜ਼ ਮਾਰਨ ਦੀ ਲੋੜ ਨਹੀਂ ਪੈਣੀ। ਜੇ ਮੈਂ ਆਵਾਜ਼ ਮਾਰ ਕੇ ਭੇਜਦਾ ਤੇ ਗੱਲ ਕੁਝ ਹੋਰ ਹੋਣੀ ਸੀ, ਪਰ ਤੁਸੀਂ ਆਪ ਆਪਣਾ ਆਪਾ ਕੁਰਬਾਨ ਕੀਤਾ ਹੈ। ਜਦੋਂ ਵੀ ਕੱਲ ਕਦੇ ਲੋੜ ਪਈ ਤੁਹਾਡੇ ਵਰਗੇ ਸੈਂਕੜੇ ਨੌਜਵਾਨ ਆਇਆ ਕਰਨਗੇ। ਹੁਣ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਹੱਥੀ ਤਿਆਰ ਕਰਕੇ ਕਹਿੰਦੇ ਆਪਣੇ ਆਪ ਗੜੀ ਦਾ ਜਿਹੜਾ ਦਰਵਾਜ਼ਾ ਹੈ ਸਤਿਗੁਰੂ ਜੀ ਨੇ ਆਪ ਖੋਲ੍ਹਿਆ। ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੰਗ ਦੇ ਮੈਦਾਨ ਵਿੱਚ ਗਏ ਤੇ ਸਤਿਗੁਰੂ ਜੀ ਆਪ ਮੁੰਤੀ ਤੇ ਚੜ੍ਹੇ, ਤੀਰਾਂ ਦੀ ਵਰਖਾ ਕੀਤੀ। ਇਤਿਹਾਸ ਵਿੱਚ ਇਹ ਵੀ ਜ਼ਿਕਰ ਹੁੰਦਾ ਵੀ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਧ ਤੀਰ ਸਤਿਗੁਰੂ ਜੀ ਨੇ ਚਮਕੌਰ ਦੀ ਗੜੀ ਵਿੱਚ ਚਲਾਏ, ਕਿਉਂਕਿ ਜਦੋਂ ਤੀਰ ਚਲਾਉ ਜ਼ਿਆਦਾ ਤੀਰ ਚਲਾਉਂਦੇ ਸਨ, ਹੱਥ ਵਿੱਚ ਛੱਲਾ ਪਾਉਣਾ ਪੈਂਦਾ ਸੀ ਵੀ ਹੱਥ ਜ਼ਖਮੀ ਨਾ ਹੋਵੇ। ਇਸ ਗੱਲ ਦਾ ਸਬੂਤ ਅਹਿਮਦਗੜ੍ਹ ਮੰਡੀ ਗੁਰਦੁਆਰਾ ਸਾਹਿਬ ਹੈ, ਜਿੱਥੇ ਪਹੁੰਚ ਕੇ ਸਤਿਗੁਰੂ ਜੀ ਨੇ ਛੱਲੇ ਉਂਗਲਾਂ ਵਿੱਚੋਂ ਕਟਵਾਏ ਸਨ। ਇੰਨੇ ਤੀਰ ਚਲਾਏ, ਕਹਿੰਦੇ ਉਂਗਲਾਂ ਸੁੱਜ ਗਈਆਂ, ਉਹ ਛੱਲੇ ਵਾਪਸ ਨਾ ਉਤਰੇ। ਲੋਹਾਰ ਕੋਲੋਂ ਅਹਿਮਦਗੜ੍ਹ ਮੰਡੀ ਜਾ ਕੇ ਉਹਨਾਂ ਨੇ ਛੱਲੇ ਕਟਵਾਏ, ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਹੁਣ ਸਤਿਗੁਰੂ ਜੀ ਨੇ ਤੀਰਾਂ ਦੀ ਵਰਖਾ ਕੀਤੀ। ਹੁਣ 10 ਲੱਖ ਫੌਜ, ਹੁਣ ਸਾਰਿਆਂ ਨੇ ਪਹਿਚਾਣ ਲਿਆ ਸਿਰ ਤੇ ਕਲਗੀ ਵੇਖ ਕੇ ਵੀ ਇਹ ਕਲਗੀਧਰ ਪਾਤਸ਼ਾਹ ਜੀ ਦਾ ਸਪੁੱਤਰ ਹੈ। ਹਰੇਕ ਚਾਹੁੰਦਾ ਸੀ ਵੀ ਮੈਂ ਇਹਨਾਂ ਨੂੰ ਮਾਰਾਂ ਤੇ ਔਰੰਗਜ਼ੇਬ ਕੋਲੋਂ ਇਨਾਮ ਲਵਾਂ ਵੀ ਕਲਗੀਧਰ ਪਾਤਸ਼ਾਹ ਦੇ ਪੁੱਤਰ ਨੂੰ ਮੈਂ ਮਾਰਿਆ ਹੈ। ਆਖਰ ਸ਼ਹਾਦਤ ਹੁੰਦੀ ਹੈ ਤੇ ਕਲਗੀਧਰ ਪਾਤਸ਼ਾਹ ਮੋਂਟੀ ਦੇ ਖੜੇ ਜਿੱਥੇ ਜਕਾਰਾ ਗਜਾਉਂਦੇ ਨੇ, ਉੱਤੇ ਇਹ ਵੀ ਆਖਦੇ ਨੇ ਪਰਮਾਤਮਾ ਨੂੰ, ਇਹ ਪਰਮਾਤਮਾ ਤੇਰੀ ਦਿੱਤੀ ਹੋਈ ਅਮਾਨਤ ਵਿੱਚੋਂ ਮੈਂ ਪਹਿਲੀ ਜਿਹੜੀ ਕਿਸ਼ਤ ਉਹ ਅਦਾ ਕਰ ਦਿੱਤੀ ਹੈ। ਹੁਣ ਜੰਗ ਵਿੱਚ ਸ਼ਹੀਦੀ ਹੋ ਗਈ ਪੁੱਤਰ ਦੀ, ਤੇ ਕਲਗੀਧਰ ਪਾਤਸ਼ਾਹ ਜੀ ਮੁਖੋਂ ਜਿਹੜੇ ਬਚਨ ਨਿਕਲੇ, ਵਾਹ ਫਰਜ਼ੰਦ ਕਿਆ ਖੂਬ ਲੜੇ ਹੋ। ਫਰਜ਼ੰਦ ਪੁੱਤਰ ਨੂੰ ਆਖਦੇ ਨੇ, ਵਾਹ ਫਰਜ਼ੰਦ ਕਿਆ ਖੂਬ ਲੜੇ ਹੋ, ਲੜਦੇ ਵੀ ਕਿਉਂ ਨਾ ਗੋਬਿੰਦ ਕੇ ਫਰਜ਼ੰਦ ਬੜੇ ਹੋ। ਵੀ ਲੜਦੇ ਵੀ ਕਿਉਂ ਨਾ, ਤੁਸੀਂ ਮੇਰੇ ਵੱਡੇ ਪੁੱਤਰ ਹੋ। ਵਾਹ ਫਰਜ਼ੰਦ ਕਿਆ ਖੂਬ ਲੜੇ ਹੋ, ਲੜਦੇ ਵੀ ਕਿਉਂ ਨਾ ਤੁਮ ਗੋਬਿੰਦ ਕੇ ਫਰਜ਼ੰਦ ਬੜੇ ਹੋ। ਹੁਣ ਸ਼ਹਾਦਤ ਹੋ ਗਈ। ਹੁਣ ਇਹਦੇ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਕੁਝ ਆਖਦੇ, ਸਾਹਿਬਜ਼ਾਦਾ ਜੁਝਾਰ ਸਿੰਘ ਉਹ ਸਤਿਗੁਰੂ ਜੀ ਸਨਮੁਖ ਖੜੇ ਹੋਏ, ਕਹਿੰਦੇ ਹੁਣ ਮੈਨੂੰ ਹੁਕਮ ਦਿਓ ਪਿਤਾ ਜੀ, ਮੈਂ ਜੰਗ ਦੇ ਮੈਦਾਨ ਵਿੱਚ ਜਾ ਕੇ ਦੁਸ਼ਮਣਾਂ ਦੇ ਨਾਲ ਲੋਹਾ ਲਵਾਂ। ਤੇ ਕਲਗੀਧਰ ਪਾਤਸ਼ਾਹ ਬੋਲੇ,
ਅਜੀਤ ਸਿੰਘ ਨੇ ਪਹਿਲਾਂ ਬਹੁਤ ਜੰਗਾਂ ਲੜੀਆਂ, ਉਹਨਾਂ ਨੂੰ ਜੰਗ ਲੜਨ ਦਾ ਤਜਰਬਾ ਸੀ, ਤੁਹਾਨੂੰ ਜੰਗ ਲੜਨ ਦਾ ਤਜਰਬਾ ਨਹੀਂ, ਤੁਸੀਂ ਜੰਗ ਨਹੀਂ ਲੜ ਸਕਦੇ, ਕੋਈ ਜੰਗ ਨਹੀਂ ਲੜੀ। ਉਦੋਂ ਕਹਿੰਦੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਆਖਿਆ ਸੀ, ਪਿਤਾ ਜੀ ਫਿਰ ਕੀ ਹੋਇਆ, ਵੀ ਜੇ ਜੰਗ ਲੜਨਾ ਨਹੀਂ ਆਉਂਦਾ ਮਰਨਾ ਤਾਂ ਆਉਂਦਾ ਹੈ। ਹੁਣ ਕਵੀ ਨੇ ਭਾਵਪੂਰਨ ਦੇ ਬਚਨ ਲਿਖੇ ਨੇ, ਆਪਣੇ ਪਿਤਾ ਨੂੰ ਆਖਣ ਲੱਗੇ, ਬਾਹੀ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਖਾਣਾ ਨਹੀਂ ਪੀਣਾ ਨਹੀਂ ਸੋਨਾ ਨਹੀਂ ਭਾਤਾ। ਵੀ ਆਪਣੇ ਭਰਾ ਨਾਲ ਵਿਛੜ ਕੇ ਮੈਨੂੰ ਖਾਣਾ ਪੀਣਾ ਸੋਨਾ ਕੁਝ ਵੀ ਚੰਗਾ ਨਹੀਂ ਲੱਗਦਾ, ਮੈਨੂੰ ਆਗਿਆ ਦਿਓ। ਕਹਿੰਦੇ ਕਲਗੀਧਰ ਪਾਤਸ਼ਾਹ ਜੀ ਨੇ ਆਪ ਹੱਥੀਂ ਤਿਆਰ ਕਰਕੇ ਨੇਜਾ ਦਿੱਤਾ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਜੰਗ ਦੇ ਮੈਦਾਨ ਵਿੱਚ ਤੋਰਿਆ। ਉਹ ਵੀ ਲੜਦੇ ਲੜਦੇ ਆਪਣੇ ਭਰਾ ਕੋਲ ਪਹੁੰਚੇ, ਉਹਨਾਂ ਦੀ ਵੀ ਸ਼ਹਾਦਤ ਹੁੰਦੀ ਹੈ। ਕਲਗੀਧਰ ਪਾਤਸ਼ਾਹ ਜੀ ਨੇ ਇੱਕ ਗੱਲ ਆਖੀ ਸੀ, ਪੁੱਤਰ ਉਮਰ ਤੁਹਾਡੀ ਛੋਟੀ ਹੈ, ਮੈਂ ਚਾਹੁੰਦਾ ਵੀ ਜਦੋਂ ਤੁਹਾਡੇ ਤੇ ਵਾਰ ਹੋਵੇ ਤੁਹਾਡਾ ਮੁਖ ਮੇਰੇ ਵੱਲ ਹੋਣਾ ਚਾਹੀਦਾ, ਮੈਂ ਵੇਖਾਂ ਮੇਰਾ ਪੁੱਤਰ ਘਬਰਾਇਆ ਤਾਂ ਨਹੀਂ, ਡੋਲਿਆ ਤਾਂ ਨਹੀਂ। ਕਹਿੰਦੇ ਜਦੋਂ ਭਰਵਾਂ ਵਾਰ ਹੋਇਆ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਮੁਸਕਰਾ ਕੇ ਵੇਖਿਆ ਤੇ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਜਕਾਰਾ ਗਜਾਇਆ, ਆਖਿਆ ਪ੍ਰਮਾਤਮਾ ਤੇਰੀ ਦਿੱਤੀ ਹੋਈ ਅਮਾਨਤ ਵਿੱਚੋਂ ਅੱਧੀ ਅਮਾਨਤ ਮੈਂ ਦੂਜੀ ਕਿਸ਼ਤ ਵੀ ਮੋੜ ਦਿੱਤੀ ਹੈ। ਹੁਣ ਇਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਜਾਂਦੀ ਹੈ। ਹੁਣ ਕਲਗੀਧਰ ਪਾਤਸ਼ਾਹ ਜਦੋਂ ਆਪ ਜਾਣ ਲੱਗਦੇ ਨੇ, ਹੁਣ ਪੰਜ ਪਿਆਰੇ ਰੂਪ ਵਿੱਚ ਭਾਈ ਦਇਆ ਸਿੰਘ ਜੀ ਹੁਕਮ ਸੁਣਾਉਂਦੇ ਨੇ ਕਲਗੀਧਰ ਪਾਤਸ਼ਾਹ ਜੀ ਨੂੰ, ਵੀ ਸਾਡੇ ਪੰਜ ਪਿਆਰਿਆਂ ਦਾ ਹੁਕਮ ਹੈ ਵੀ ਤੁਸੀਂ ਜੰਗ ਦੇ ਮੈਦਾਨ ਵਿੱਚ ਨਹੀਂ ਜਾਓਗੇ, ਤੁਸੀਂ ਗੜੀ ਛੱਡ ਕੇ ਜਾਣਾ ਹੈ। ਵੀ ਤੁਸੀਂ ਬਚ ਗਏ, ਤੁਸੀਂ ਸਾਡੇ ਵਰਗੇ ਸੈਂਕੜੇ ਹੋਰ ਸਿੱਖ ਸਿਪਾਹੀ ਤਿਆਰ ਕਰ ਲੈਣੇ ਨੇ ਤੇ ਸਾਡੀ ਜਾਨ ਦੀ ਕੋਈ ਗੱਲ ਨਹੀਂ। ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਦੇ ਹੁਕਮ ਨੂੰ ਮੰਨਿਆ, ਪਰ ਇਹ ਗੱਲ ਆਖੀ ਵੀ ਮੈਂ ਆਵਾਜ਼ ਮਾਰ ਕੇ ਜਾਵਾਂਗਾ, ਤਾੜੀ ਮਾਰ ਕੇ ਜਾਵਾਂਗਾ, ਕੱਲ ਕੋਈ ਇਹ ਨਾ ਆਖੇ ਵੀ ਸਿੱਖਾਂ ਦਾ ਗੁਰੂ ਚੁੱਪਚਾਪ ਗੜੀ ਛੱਡ ਕੇ ਭੱਜ ਗਿਆ। ਆਖਰ ਸਤਿਗੁਰੂ ਜੀ ਨੇ ਚਮਕੌਰ ਦੀ ਗੜੀ ਨੂੰ ਛੱਡਿਆ, ਆਵਾਜ਼ ਲਾਈ ਵੀ ਸਿੱਖਾਂ ਦਾ ਗੁਰੂ ਜਾ ਰਿਹਾ, ਵੀ ਤੁਹਾਡੇ ਕੋਲੋਂ ਫੜਨ ਹੁੰਦਾ ਤੇ ਫੜੋ। ਅਫੜਾ ਦਫੜੀ ਮਚ ਗਈ ਤੇ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਇਹ ਦੋਨੋਂ ਪੰਜ ਪਿਆਰੇ ਨਾਲ ਨੇ। ਸਤਿਗੁਰੂ ਜੀ ਨੇ ਇਹਨਾਂ ਨੂੰ ਦੱਸ ਦਿੱਤਾ ਸੀ ਵੀ ਇਸ ਤਾਰੇ ਦੀ ਸੀਧ ਵਿੱਚ ਆਉਣਾ, ਜੇ ਆਪਾਂ ਵਿਛੜ ਗਏ ਤੇ ਇਸ ਤਾਰੇ ਦੀ ਸੀਧ ਵਿੱਚ ਆਉਣਾ, ਸਾਡਾ ਮਿਲਾਪ ਹੋਏਗਾ। ਹੁਣ ਆਖਰ ਵਿਛੋੜਾ ਪੈ ਗਿਆ। ਹੁਣ ਚਮਕੌਰ ਦੇ ਜੰਗ ਦੇ ਮੈਦਾਨ ਵਿੱਚੋਂ ਲੰਘੇ ਜਾ ਰਹੇ ਨੇ। ਇੱਥੇ ਘਟਨਾ ਧਿਆਨ ਦੇਣ ਵਾਲੀ ਹੈ। ਲੰਘਦਿਆਂ ਲੰਘਦਿਆਂ ਜਦੋਂ ਕਲਗੀਧਰ ਪਾਤਸ਼ਾਹ ਬਾਬਾ ਅਜੀਤ ਸਿੰਘ ਜੀ ਦਾ ਸਰੀਰ ਉੱਥੇ ਪਿਆ ਤੇ ਸਤਿਗੁਰੂ ਜੀ ਨੇ ਆਪਣੇ ਸਹਿਜਾਦੇ ਵੱਲ ਤੱਕਿਆ ਤੱਕ ਵੀ ਨਹੀਂ। ਜਦੋਂ ਚੁੱਪ ਕਰਕੇ ਲੰਘਣ ਲੱਗੇ, ਭਾਈ ਦਇਆ ਸਿੰਘ ਰੁਕ ਗਏ, ਕਹਿਣ ਲੱਗੇ, ਇੰਨੇ ਨਿਰਮੋਹ ਤੁਸੀਂ ਕਦੋਂ ਤੋਂ ਹੋ ਗਏ ਸਤਿਗੁਰੂ ਜੀ? ਸਾਹਿਬਜ਼ਾਦਾ ਅਜੀਤ ਸਿੰਘ ਦਾ ਸਰੀਰ ਪਿਆ ਤੇ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਸਾਰੇ ਹੀ ਮੇਰੇ ਸਾਹਿਬਜ਼ਾਦੇ ਨੇ, ਸਾਰੇ ਮੇਰੇ ਅਜੀਤ ਦੇ ਜੁਝਾਰ ਨੇ, ਜਿਨ੍ਹਾਂ ਨੇ ਮੇਰੇ ਲਈ ਕੁਰਬਾਨੀਆਂ ਕੀਤੀਆਂ ਨੇ, ਸਾਰੇ ਮੈਨੂੰ ਅਜੀਤ ਦੇ ਜੁਝਾਰ ਵਰਗੇ ਲੱਗਦੇ ਨੇ। ਹੁਣ ਭਾਈ ਦਇਆ ਸਿੰਘ ਨੇ ਕਹਿੰਦੇ ਜਿਹੜਾ ਕਮਰ ਕਸਾ ਕੀਤਾ ਸੀ ਖੋਲ ਕੇ ਜਦੋਂ ਸਰੀਰ ਤੇ ਪਾਉਣਾ ਚਾਹਿਆ ਤੇ ਕਲਗੀਧਰ ਪਾਤਸ਼ਾਹ ਜੀ ਨੇ ਇਨਕਾਰ ਕਰ ਦਿੱਤਾ ਸੀ। ਕਹਿੰਦੇ ਨਹੀਂ ਭਾਈ ਦਇਆ ਸਿੰਘ, ਜੇ ਕੱਪੜਾ ਪਾਉਣਾ ਹੀ ਹੈ, ਜੇ ਤੇਰੇ ਕੋਲ ਕੱਪੜਾ ਤੇ ਸਾਰਿਆਂ ਤੇ ਪਾ, ਸਾਰੇ ਮੈਨੂੰ ਮੇਰੇ ਅਜੀਤ ਤੇ ਜੁਝਾਰ ਵਰਗੇ ਨੇ। ਤੇ ਕੱਪੜਾ ਵੀ ਨਹੀਂ ਸਤਿਗੁਰੂ ਜੀ ਨੇ ਪਾਣ ਦਿੱਤਾ। ਸਤਿਗੁਰੂ ਜੀ ਇੱਥੋਂ ਚਮਕੌਰ ਦੀ ਗੜੀ ਵਿੱਚੋਂ 72 ਘੰਟੇ ਇਤਿਹਾਸਕਾਰਾਂ ਨੇ ਲਿਖਿਆ ਪੈਦਲ ਸਫ਼ਰ ਤੈਅ ਕਰਦੇ ਹੋਏ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚਦੇ ਨੇ। ਇੱਥੇ ਰਹਿੰਦੀ ਹੈ ਭੈਣ ਸਰਨ ਕੌਰ ਦੇ ਨਾਮ ਦੇ ਨਾਲ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ। ਉਹ ਆਉਂਦੀ ਹੈ, ਉਹ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਇਕੱਠਾ ਕਰਦੀ ਹੈ। ਹੋਰ ਜਿਹੜੇ ਸਿੱਖ ਸਿਪਾਹੀ ਉੱਥੇ ਜਿਨ੍ਹਾਂ ਨੇ ਸ਼ਹੀਦੀ ਦਾ ਜਾਮ ਪੀਤਾ, ਸਾਰਿਆਂ ਨੂੰ ਇਕੱਠਾ ਕਰਕੇ ਚਿਤਾ ਚਿਣ ਕੇ ਉਹ ਸਾਰਿਆਂ ਦਾ ਇਕੱਠਾ ਆਪਣੇ ਭਰਾਵਾਂ ਦਾ ਸੰਸਕਾਰ ਕਰਦੀ ਹੈ ਭੈਣ ਸਰਨ ਕੌਰ। ਮੁਗਲ ਫੌਜ ਜੋ ਸੁੱਤੀ ਪਈ ਸੀ, ਜਦੋਂ ਦੇਖਿਆ ਅੱਗ ਦਾ ਭਾਂਬੜ ਮਚਿਆ, ਹਫੜਾ ਦਫੜੀ ਮਚ ਗਈ। ਜਦੋਂ ਵੇਖਿਆ ਇੱਕ ਸਿੱਖ ਬੀਬੀ ਕੋਲ ਬਹਿ ਕੇ ਨਾਲੇ ਤਾਂ ਵੈਰਾਗ ਵਿੱਚ ਹੰਝੂ ਵਹਾ ਰਹੀ ਹੈ ਤੇ ਨਾਲੇ ਸਾਰੇ ਸਰੀਰਾਂ ਦੀ ਸੰਭਾਲ ਕਰ ਦਿੱਤੀ। ਕਹਿੰਦੇ ਉਹਨੂੰ ਵੀ ਚੁੱਕ ਕੇ ਜਿਉਂਦੀ ਚਿਤਾ ਵਿੱਚ ਸਿੱਟ ਦਿੱਤਾ ਸੀ, ਭੈਣ ਸਰਨ ਕੌਰ ਨੂੰ ਵੀ। ਹੁਣ ਇੱਧਰ ਦੋਨੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ। ਕਲਗੀਧਰ ਪਾਤਸ਼ਾਹ ਮਾਛੀਵਾੜੇ ਦੇ ਰਾਹ ਤੇ ਤੁਰ ਪਏ ਨੇ। ਉੱਧਰ ਕਲਗੀਧਰ ਪਾਤਸ਼ਾਹ ਜੀ ਛੋਟੇ ਸਾਹਿਬਜ਼ਾਦੇ ਚੌਂਤੇ ਪਿੰਡ ਪਹੁੰਚਦੇ ਨੇ। ਕਹਿੰਦੇ ਕੁਝ ਇਤਿਹਾਸਕਾਰ ਲਿਖਦੇ ਨੇ ਵੀ ਗੰਗੂ ਇਹਨਾਂ ਦੇ ਨਾਲ ਸੀ, ਕਈਆਂ ਨੇ ਲਿਖਿਆ ਵੀ ਚੌਂਤੇ ਪਿੰਡ ਆ ਕੇ ਮਿਲਿਆ ਸੀ ਨਾਲ। ਹੁਣ ਸਤਿਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਹੁਣ ਚੌਂਤੇ ਪਿੰਡ ਚਮਕੌਰ ਸਾਹਿਬ ਤਾਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ, ਚੌਂਤੇ ਪਿੰਡ ਵੱਲ ਤੁਰਦੇ ਨੇ।
ਹੁਣ ਸਭ ਤੋਂ ਪਹਿਲਾਂ ਠਹਿਰਦੇ ਨੇ ਕੁੰਮਾ ਮਾਸਕੀ ਦੇ ਘਰ, ਜੋ ਅੱਤ ਦਾ ਗਰੀਬ ਹੈ। ਇਹਦੇ ਘਰ ਮਾਤਾ ਜੀ ਸਾਹਿਬਜ਼ਾਦਿਆਂ ਦੇ ਨਾਲ ਗਏ। ਹੁਣ ਘਰ ਵਿੱਚ ਖਿਲਾਉਣ ਵਾਸਤੇ ਕੁਝ ਵੀ ਨਾ। ਬੜਾ ਦਿਲ ਕੀਤਾ ਕੁੰਮਾ ਮਾਸਕੀ ਦਾ ਵੀ ਸਾਹਿਬਜ਼ਾਦੇ ਆਏ ਨੇ, ਗੁਰੂ ਸਾਹਿਬ ਦੇ ਮਾਤਾ ਜੀ ਆਏ ਨੇ, ਕੁਝ ਸੇਵਾ ਕਰਾਂ, ਪਰ ਕੁਝ ਵੀ ਘਰ ਮੌਜੂਦ ਨਾ। ਕਹਿੰਦੇ ਆਪਣੀ ਗਵੰਡਣ ਲక్ష్ਮੀ ਨਾ ਆਇਆ, ਉਹਦੇ ਘਰ ਗਿਆ। ਉੱਥੇ ਜਾ ਕੇ ਨੇ ਅਰਜ਼ ਗੁਜ਼ਾਰੀ ਵੀ ਅੱਜ ਮੇਰੇ ਘਰ ਗੁਰੂ ਪੁੱਤਰ ਗੁਰੂ ਮਾਤਾ ਆਈ ਹੈ, ਵੀ ਤੇਰਾ ਬੜਾ ਉਪਕਾਰ ਹੋਵੇਗਾ ਜੇ ਤੂੰ ਕੁਝ ਖਾਣ ਨੂੰ ਦੇਵੇਂ। ਕਹਿੰਦੇ ਉਹਨੇ ਮਸਰਾਂ ਦੀ ਦਾਲ ਬਣਾਈ ਤੇ ਪ੍ਰਸ਼ਾਦੇ ਬਣਾ ਕੇ ਕੁੰਮਾ ਮਾਸਕੀ ਨੂੰ ਦਿੱਤੇ। ਕੁੰਮਾ ਮਾਸਕੀ ਨੇ ਮਸਰਾਂ ਦੀ ਦਾਲ ਤੇ ਪ੍ਰਸ਼ਾਦੇ ਮਾਤਾ ਗੁਜਰ ਕੌਰ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਛਕਾਏ। ਇੱਥੇ ਯਾਦ ਰੱਖਿਓ, ਇੱਥੇ ਹੀ ਪ੍ਰਸ਼ਾਦਾ ਛਕਿਆ। ਇਹਦੇ ਤੋਂ ਬਾਅਦ ਸ਼ਹੀਦੀ ਤੱਕ ਉਹਨਾਂ ਨੂੰ ਪ੍ਰਸ਼ਾਦਾ ਨਹੀਂ ਮਿਲਿਆ। ਹੁਣ ਇੱਥੇ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਪ੍ਰਸ਼ਾਦਾ ਛਕਿਆ। ਹੁਣ ਗੰਗੂ ਆਖਦਾ ਵੀ ਮੇਰੇ ਪਿੰਡ ਚੱਲੋ, ਮੈਨੂੰ ਸੇਵਾ ਦਾ ਮੌਕਾ ਦਿਓ। ਹੁਣ ਗੰਗੂ ਆਪਣੇ ਪਿੰਡ ਸਹੇੜੀ ਲੈ ਗਿਆ। ਹੁਣ ਇੱਕ ਗੱਲ ਇੱਥੇ ਧਿਆਨ ਦੇਣ ਵਾਲੀ ਹੈ ਵੀ ਕੁੰਮੇ ਮਾਸਕੀ ਦੇ ਘਰ ਤੋਂ ਲੈ ਕੇ ਗੰਗੂ ਦੇ ਘਰ ਤੱਕ ਕਿਤੇ ਵੀ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੇ ਰੁਕ ਕੇ ਪੜਾ ਨਹੀਂ ਕੀਤਾ। ਲਗਾਤਾਰ ਤੁਰਦੇ ਰਹੇ, ਪਰ ਸਾਹਿਬਜ਼ਾਦੇ ਨੇ ਕਿਤੇ ਨਹੀਂ ਆਖਿਆ ਵੀ ਸਾਨੂੰ ਭੁੱਖ ਲੱਗੀ ਹੈ ਜਾਂ ਅਸੀਂ ਥੱਕ ਗਏ ਆ। ਨਿਰੰਤਰ ਤੁਰਦੇ ਤੁਰਦੇ ਜਦੋਂ ਚੰਦੂ ਦੇ ਪਿੰਡ ਸਹੇੜੀ ਪਹੁੰਚੇ, ਕਹਿੰਦੇ ਚੰਦੂ ਨੇ ਇਹੋ ਜਿਹਾ ਖਾਣ ਵਾਸਤੇ ਪ੍ਰਸਾਦਾ ਦਿੱਤਾ ਜਿਹੜਾ ਸਾਹਿਬਜ਼ਾਦਿਆਂ ਕੋਲੋਂ ਖਾਇਆ ਨਾ ਗਿਆ। ਐਸਾ ਪ੍ਰਸਾਦਾ ਕਰ ਲਿਆਇਓ, ਹਮਰੇ ਕੁੱਕਰ ਕਾਗ ਨਾ ਖਾਇਓ। ਕਹਿੰਦੇ ਇਹੋ ਜਿਹਾ ਪ੍ਰਸਾਦਾ ਵੀ ਸਾਡੇ ਕੋਲੋਂ ਨਹੀਂ ਖਾਣ ਹੁੰਦਾ। ਕਹਿੰਦੇ ਮਾਤਾ ਜੀ ਨੇ ਥੈਲੀ ਖੁੱਲੀ ਖੁਰਜੀ, ਉਹਦੇ ਵਿੱਚੋਂ ਕੁਝ ਮੋਹਰਾਂ ਚੰਦੂ ਨੂੰ ਦਿੱਤੀਆਂ ਵੀ ਕੁਝ ਬਾਜ਼ਾਰੋਂ ਖਾਣ ਵਾਸਤੇ ਲੈ ਕੇ ਆ। ਹੁਣ ਚੰਦੂ ਦੀ ਨਿਗਾਹ ਮੋਹਰਾਂ ਤੇ ਪੈ ਗਈ, ਮਨ ਬੇਈਮਾਨ ਹੋ ਗਿਆ। ਹੁਣ ਖਾਣ ਵਾਸਤੇ ਲੈ ਕੇ ਤਾਂ ਆਇਆ। ਕਹਿੰਦੇ ਤੇ ਸਤਿਗੁਰੂ ਜੀ ਸਾਹਿਬਜ਼ਾਦਿਆਂ ਨੇ ਪਤਾਸੇ ਛਕੇ, ਪਤਾਸੇ ਖਾਧੇ। ਹੁਣ ਰਾਤ ਨੂੰ ਮੌਕਾ ਲਾ ਕੇ ਕਹਿੰਦੇ ਗੰਗੂ ਨੇ ਉਹ ਥੈਲਾਂ ਮੋਹਰਾਂ ਵਾਲੀ ਜਿਹੜੀ ਥੈਲੀ ਸੀ ਉਹ ਲੁਕੋ ਲਈ। ਦਿਨ ਚੜ੍ਹਿਆ, ਮਾਤਾ ਜੀ ਨੂੰ ਜਦੋਂ ਪਤਾ ਲੱਗਾ ਵੀ ਗੰਗੂ ਬੇਈਮਾਨ ਹੋ ਗਿਆ, ਥੈਲੀ ਲੁਕੋ ਲਈ ਹੈ, ਮਾਤਾ ਜੀ ਨੇ ਕੋਲ ਬੁਲਾਇਆ, ਆਖਿਆ ਤੂੰ ਵੀ ਸਾਡੇ ਪੁੱਤਰ ਸਮਾਨ ਹੈ, ਮੰਗ ਕੇ ਲੈ ਲੈਂਦਾ, ਤੂੰ ਚੋਰੀ ਨਹੀਂ ਕਰਨੀ ਸੀ। ਜਦੋਂ ਇੰਨੀ ਗੱਲ ਸੁਣੀ, ਕਹਿੰਦਾ ਇੱਕ ਤਾਂ ਤੁਹਾਨੂੰ ਬਾਗੀਆਂ ਨੂੰ ਆਪਣੇ ਘਰ ਰੱਖਿਆ, ਘਰ ਪਨਾਹ ਦਿੱਤੀ ਹੈ, ਦੂਜਾ ਤੁਸੀਂ ਮੈਨੂੰ ਚੋਰ ਬਣਾਉਂਦੇ ਹੋ। ਤੁਹਾਡੇ ਸਿਰ ਤੇ ਤਾਂ ਵੱਡਾ ਇਨਾਮ ਮੈਨੂੰ ਮਿਲਣਾ, ਮੈਂ ਹੁਣੇ ਜਾ ਕੇ ਤੁਹਾਡੀ ਖਬਰ ਕਰਦਾ। ਮੁਰਿੰਡੇ ਪਹੁੰਚਿਆ, ਜਾਨੇ ਖਾਂ ਮਾਨੇ ਖਾਂ ਨੂੰ ਜਾ ਕੇ ਖਬਰ ਕਰਦਾ ਹੈ ਵੀ ਜਿਸ ਬਾਗੀ ਗੁਰੂ ਗੋਬਿੰਦ ਸਿੰਘ ਨੂੰ ਤੁਸੀਂ ਲੱਭ ਰਹੇ ਹੋ, ਉਹਨਾਂ ਦੀ ਮਾਤਾ ਤੇ ਛੋਟੇ ਪੁੱਤਰ ਮੇਰੇ ਕਬਜ਼ੇ ਵਿੱਚ ਨੇ। ਜਾਨੀ ਖਾਂ ਤੇ ਮਾਨੀ ਖਾਂ ਦੋ ਸਿਪਾਹੀਆਂ ਨੂੰ ਭੇਜਦੇ ਨੇ ਗ੍ਰਿਫਤਾਰੀ ਵਾਸਤੇ। ਹੁਣ ਚੰਦੂ ਆਪਣੇ ਘਰ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਅੰਦਰ ਬੰਦ ਕਰਕੇ ਚਲਾ ਗਿਆ ਸੀ। ਇਹਨੇ ਖਾਣ ਨੂੰ ਕੁਝ ਨਹੀਂ ਦਿੱਤਾ ਇਹਨੇ। ਹੁਣ ਕਹਿੰਦੇ ਸਿਪਾਹੀ ਆਏ। ਹੁਣ ਇੱਥੇ ਦੂਨਾ ਸਿੰਘ ਹੰਡੂਰੀਆ, ਜੋ ਕਿ ਉਸ ਵਕਤ ਨਾਲ ਸੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ, ਉਹਨੇ ਇੱਕ ਪੁਸਤਕ ਲਿਖੀ ਹੈ ਕਥਾ ਗੁਰਸੂਤਨ ਕੀ, ਵੀ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਕਥਾ। ਉਹ ਨਾਲ ਸੀ ਦੂਨਾ ਸਿੰਘ ਹੰਡੂਰੀਆ। ਉਹ ਲਿਖਦਾ ਹੈ, ਕਹਿੰਦੇ ਮਾਤਾ ਗੁਜਰੀ ਪਕੜ ਲੀਨੀ ਰਜ ਸਿਉ ਬਾਂਧ ਘੋੜੇ ਪਰ ਪਾਈ ਲੀਨੀ। ਵੀ ਮਾਤਾ ਗੁਜਰੀ ਨੂੰ ਫੜ ਲਿਆ, ਮਾਤਾ ਗੁਜਰੀ ਪਕੜ ਲੀਨੀ ਤੋਮਰ ਮਿਰਚਾਂ ਚਾੜ ਕੇ ਰਜ ਸਿਉ ਬਾਂਧ ਘੋੜੇ ਪਰ ਰੱਖ ਲੀਨੀ। ਵੀ ਇੱਕ ਮਿਰਚਾਂ ਦਾ ਜਿਹੜਾ ਕਹਿ ਸਕਦੇ ਆ ਮਖੋਟਾ, ਮਿਰਚਾਂ ਪਾ ਕੇ ਉਹਨਾਂ ਦੇ ਮੂੰਹ ਤੇ ਪਾਇਆ ਗਿਆ ਮਾਤਾ ਗੁਜਰ ਕੌਰ ਜੀ ਦੇ, ਤੇ ਬੰਨ ਕੇ ਉਹਨਾਂ ਨੂੰ ਘੋੜੇ ਤੇ ਪੁੱਠਾ ਉਹਨਾਂ ਨੇ ਪਾ ਲਿਆ। ਛੋਟੇ ਸਾਹਿਬ ਜੀ ਨੇ ਛੋਟੇ ਸਾਹਿਬਜ਼ਾਦੇ ਪਕੜ ਲੀਨੇ ਬੋਰੀ ਮੈਂ ਪਾਏ ਘੋੜੇ ਤੇ ਰੱਖ ਲੀਨੇ। ਵੀ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਬੋਰੀਆਂ ਵਿੱਚ ਬੰਨ ਕੇ ਘੋੜੇ ਤੇ ਉਹਨਾਂ ਨੂੰ ਵੀ ਪਾ ਲਿਆ। ਹੁਣ ਇੱਥੋਂ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਨੂੰ ਸਿਪਾਹੀ ਲੈ ਕੇ ਮੁਰਿੰਡੇ ਪਹੁੰਚਦੇ ਨੇ। ਪਹਿਲਾਂ ਜਾਨੀ ਖਾਂ ਤੇ ਮਾਨੀ ਖਾਂ ਨੇ ਵੀ ਬੜਾ ਯਤਨ ਕੀਤਾ ਵੀ ਇਹਨਾਂ ਨੂੰ ਮਨਾਇਆ ਜਾਏ, ਅਸੀਂ ਔਰੰਗਜ਼ੇਬ ਕੋਲੋਂ ਇਨਾਮ ਲੈ ਲਵਾਂਗੇ। ਜਦੋਂ ਸਾਹਿਬਜ਼ਾਦੇ ਨਹੀਂ ਮੰਨੇ, ਹੁਣ ਵਜ਼ੀਰ ਖਾਨ ਨੂੰ ਇਤਲਾਹ ਦਿੰਦਾ ਹੈ, ਉਹਨੂੰ ਖਬਰ ਮਿਲਦੀ ਹੈ। ਵਜ਼ੀਰ ਖਾਨ ਜਿਹੜਾ ਚਮਕੌਰ ਦੀ ਗੜੀ ਵਿੱਚੋਂ ਵੀ ਮੂੰਹ ਦੀ ਖਾ ਕੇ ਵਾਪਸ ਮੁੜਿਆ, ਹਾਰ ਕੇ ਮੁੜਿਆ। ਕਿਲਾ ਆਨੰਦਗੜ੍ਹ ਵਿੱਚੋਂ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਹਨੂੰ ਕੁਝ ਉਮੀਦ ਜਗੀ ਵੀ ਛੋਟੇ ਸਾਹਿਬਜ਼ਾਦਿਆਂ ਦੇ ਮੋਹ ਵਿੱਚ ਆ ਕੇ ਕਲਗੀਧਰ ਪਾਤਸ਼ਾਹ ਸ਼ਾਇਦ ਮੇਰੇ ਕੋਲ ਆ ਜਾਣ, ਜਾਂ ਛੋਟੇ ਸਾਹਿਬਜ਼ਾਦਿਆਂ ਨੂੰ ਮੈਂ ਈਨ ਮਨਵਾ ਲਾਂਗਾ, ਕੁਝ ਸਾਡੀ ਇੱਜ਼ਤ ਰਹਿ ਜਾਏਗੀ। ਹੁਣ ਛੋਟੇ ਸਾਹਿਬਜ਼ਾਦਿਆਂ ਨੂੰ
ਠੰਡੇ ਬੁਰਜ ਵਿੱਚ ਜਾ ਕੇ ਕੈਦ ਕੀਤਾ ਗਿਆ ਮਾਤਾ ਜੀ ਦੇ ਨਾਲ। ਅੱਜ ਦਾ ਜਿਹੜਾ ਠੰਡਾ ਬੁਰਜ ਹੈ ਇਹ ਵੱਖਰਾ ਹੈ। ਉਸ ਵਕਤ ਜਿਹੜਾ ਠੰਡਾ ਬੁਰਜ ਸੀ ਉਹਦੇ ਹੇਠੋਂ ਨਦੀ ਵਗਿਆ ਕਰਦੀ ਸੀ। ਉਸ ਨਦੀ ਵਿੱਚੋਂ ਹਵਾ ਲੰਘ ਕੇ ਠੰਡੇ ਬੁਰਜ ਵਿੱਚੋਂ ਲੰਘਦੀ ਸੀ। ਕਹਿ ਸਕਦੇ ਹਾਂ ਵੀ ਗਰਮੀਆਂ ਵਿੱਚ ਵੀ ਸਰਦੀ ਦਾ ਅਹਿਸਾਸ ਹੁੰਦਾ ਸੀ। ਤੇ ਹੁਣ ਸਰਦੀ ਦੀ ਰੁੱਤ ਹੈ, ਇਹੀ ਮਹੀਨਾ ਸੀ। ਕੋਲ ਕੋਈ ਗਰਮ ਵਸਤਰ ਨਹੀਂ, ਕੱਪੜੇ ਕੋਲ ਪਾਉਣ ਵਾਸਤੇ ਨਹੀਂ, ਤੇ ਕਈ ਦਿਨਾਂ ਦੇ ਭੁੱਖੇ ਭਾਣੇ। ਹੁਣ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ। ਹੁਣ ਅਗਲਾ ਦਿਨ ਚੜ੍ਹਿਆ, ਹੁਣ ਕਚਹਿਰੀ ਵਿੱਚ ਬੁਲਾਇਆ। ਹੁਣ ਵਜ਼ੀਰ ਖਾਨ ਨੇ ਇੱਥੇ ਇੱਕ ਚਾਲ ਚੱਲੀ ਵੀ ਜਿਹੜਾ ਵੱਡਾ ਦਰਵਾਜ਼ਾ ਸੀ ਉਹਨੂੰ ਬੰਦ ਕਰ ਦਿੱਤਾ, ਛੋਟਾ ਦਰਵਾਜ਼ਾ ਖੋਲ੍ਹਿਆ ਗਿਆ ਵੀ ਜਦੋਂ ਸਾਹਿਬਜ਼ਾਦੇ ਆਉਣਗੇ ਇਹ ਸੀਸ ਅੰਦਰ ਝੁਕਾ ਕੇ ਵੜਨਗੇ, ਅਸੀਂ ਆਖਾਂਗੇ ਇਹਨਾਂ ਨੇ ਈਨ ਮੰਨ ਲਈ। ਹੁਣ ਛੋਟੇ ਸਾਹਿਬਜ਼ਾਦੇ ਜਦੋਂ ਆਏ ਵੇਖਿਆ ਬੜਾ ਦਰਵਾਜ਼ਾ ਬੰਦ ਹੈ, ਛੋਟਾ ਦਰਵਾਜ਼ਾ ਖੋਲ੍ਹਿਆ। ਦੋਨੋਂ ਸਮਝ ਗਏ ਦੁਸ਼ਮਣਾਂ ਦੀ ਚਾਲ ਨੂੰ। ਸਭ ਤੋਂ ਪਹਿਲਾਂ ਆਪਣੇ ਚਰਨ ਅੰਦਰ ਪਾਏ ਤੇ ਫਿਰ ਜਦੋਂ ਅੰਦਰ ਦਾਖਲ ਹੋਏ ਬੜੀ ਜ਼ੁਰਤ ਦੇ ਨਾਲ, ਘਬਰਾਏ ਨਹੀਂ, ਆ ਕੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਫਤਿਹ ਬੁਲਾਈ ਵਜ਼ੀਰ ਖਾਂ ਤੇ ਸੁੱਚਾ ਆਨੰਦ, ਇਹ ਸਾਰੇ ਬੜੇ ਹੈਰਾਨ ਵੀ ਇੱਥੇ ਜਿਹੜੀ ਚਾਲ ਚੱਲੀ ਸੀ ਉਹਦੇ ਵਿੱਚ ਅਸਫਲ ਹੋ ਗਏ, ਫੇਲ ਹੋ ਗਏ। ਹੁਣ ਜਦੋਂ ਸਾਹਮਣੇ ਲਿਆ ਕੇ ਵਜ਼ੀਰ ਖਾਂ ਆਖਦਾ ਹੈ ਵੀ ਤੁਹਾਨੂੰ ਪਤਾ ਹੈ ਤੁਹਾਡੇ ਭਰਾਵਾਂ ਨੂੰ ਤੇ ਤੁਹਾਡੇ ਪਿਤਾ ਨੂੰ ਅਸੀਂ ਚਮਕੌਰ ਦੀ ਗੜੀ ਵਿੱਚ ਘੇਰ ਕੇ ਮਾਰ ਮੁਕਾ ਦਿੱਤਾ ਹੈ, ਤੁਹਾਡੇ ਭਰਾਵਾਂ ਨੂੰ ਮਾਰ ਦਿੱਤਾ ਹੈ, ਤੁਹਾਡੇ ਪਿਤਾ ਨੂੰ ਅਸੀਂ ਮਾਰ ਮੁਕਾਇਆ। ਹੁਣ ਤੁਸੀਂ ਸੰਸਾਰ ਤੇ ਇਕੱਲੇ ਰਹਿ ਗਏ ਹੋ। ਹੁਣ ਤੁਹਾਡੇ ਕੋਲ ਇੱਕੋ ਰਸਤਾ, ਤੁਸੀਂ ਈਨ ਮੰਨ ਜਾਓ ਵੀ ਅਸੀਂ ਤੁਹਾਨੂੰ ਤੁਹਾਡਾ ਖੁਸ਼ੀਆ ਰਾਜ ਔਰੰਗਜ਼ੇਬ ਨੂੰ ਸਿਫਾਰਸ਼ ਕਰਕੇ ਆਨੰਦਪੁਰ ਸਾਹਿਬ ਤੁਹਾਨੂੰ ਵਾਪਸ ਦਿਵਾਵਾਂਗੇ। ਤੁਹਾਨੂੰ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ, ਧਨ ਦੌਲਤ ਤੁਹਾਨੂੰ ਦਿੱਤੀ ਜਾਵੇਗੀ। ਪਰ ਸਾਹਿਬਜ਼ਾਦਿਆਂ ਨੇ ਇਨਕਾਰ ਕਰ ਦਿੱਤਾ। ਆਖਿਆ ਪਹਿਲੀ ਗੱਲ ਇਹ ਵੀ ਤੂੰ ਸਾਡੇ ਪਿਤਾ ਨੂੰ ਸ਼ਹੀਦ ਨਹੀਂ ਕਰ ਸਕਦਾ। ਕਦੇ ਵੀ ਗਿੱਦੜਾਂ ਨੇ ਮਿਲ ਕੇ ਸ਼ੇਰ ਦਾ ਸ਼ਿਕਾਰ ਨਹੀਂ ਕੀਤਾ, ਇਤਿਹਾਸ ਵਿੱਚ ਕਿਤੇ ਨਹੀਂ ਮਿਲਦਾ। ਸਾਡਾ ਜਿਹੜਾ ਪਿਤਾ ਬੱਬਰ ਸ਼ੇਰ ਹੈ, ਤੁਸੀਂ ਝੂਠ ਆਖਦੇ ਹੋ, ਸਾਡੇ ਪਿਤਾ ਨੂੰ ਤੁਸੀਂ ਨਹੀਂ ਮਾਰ ਸਕਦੇ। ਹੁਣ ਬੜਾ ਡਰਾਇਆ ਧਮਕਾਇਆ ਗਿਆ ਵੀ ਤੁਹਾਨੂੰ ਤਸੀਹੇ ਦਿੱਤੇ ਜਾਣੇ ਨੇ, ਪਰ ਸਾਹਿਬਜ਼ਾਦੇ ਨਾ ਮੰਨੇ। ਹੁਣ ਵਾਪਸ ਫੇਰ ਠੰਡੇ ਬੁਰਜ ਵਿੱਚ ਮਾਤਾ ਜੀ ਕੋਲ ਭੇਜ ਦਿੱਤਾ ਗਿਆ। ਹੁਣ ਮਾਤਾ ਜੀ ਪੁੱਛਦੇ ਨੇ ਵੀ ਤੁਹਾਨੂੰ ਕੀ ਪੁੱਛਿਆ ਸੀ? ਹੁਣ ਸਾਹਿਬਜ਼ਾਦੇ ਨੇ ਆਖਿਆ ਵੀ ਅਸੀਂ ਦਲੇਰੀ ਦੇ ਨਾਲ ਜਾ ਕੇ ਅਸੀਂ ਘਬਰਾਏ ਨਹੀਂ, ਅਸੀਂ ਫਤਿਹ ਬੁਲੰਦ ਕੀਤੀ, ਫਤਿਹ ਬੁਲਾਈ, ਇਹ ਅਸੀਂ ਜਵਾਬ ਦੇ ਕੇ ਆਏ ਹਾਂ। ਮਾਤਾ ਗੁਜਰ ਕੌਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਗਲਵਕੜੀ ਵਿੱਚ ਲੈ ਲਿਆ ਤੇ ਸਾਰੀ ਰਾਤ ਉਹਨਾਂ ਨੂੰ ਸਾਖੀਆਂ ਸੁਣਾਈਆਂ ਵੀ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੁੱਤਰ ਹੋ, ਜਿਨ੍ਹਾਂ ਨੇ ਧਰਮ ਨਹੀਂ ਹਾਰਿਆ, ਈਨ ਨਹੀਂ ਮੰਨੀ, ਆਪਣਾ ਬਲੀਦਾਨ ਦੇ ਦਿੱਤਾ ਸੀ, ਤੁਸੀਂ ਈਨ ਨਹੀਂ ਮੰਨੀ, ਤੁਹਾਡੇ ਪਿਤਾ ਨੂੰ ਇਹ ਮਾਰ ਨਹੀਂ ਸਕਦੇ। ਤੇ ਮੁਗਲ ਹਕੂਮਤ ਬਾਰੇ ਦੱਸਿਆ। ਹੁਣ ਦੂਜਾ ਦਿਨ ਹੋਇਆ, ਫੇਰ ਉਹਨਾਂ ਨੂੰ ਲਿਆਂਦਾ ਗਿਆ ਪੇਸ਼ੀ ਤੇ। ਹੁਣ ਅੱਜ ਜਦੋਂ ਪੇਸ਼ੀ ਤੇ ਲਿਆਂਦਾ ਗਿਆ, ਕਹਿੰਦੇ ਇੱਕ ਪਾਸੇ ਖਿਡੌਣੇ, ਇੱਕ ਪਾਸੇ ਖਾਣ ਦੇ ਪਦਾਰਥ, ਇੱਕ ਪਾਸੇ ਸ਼ਸਤਰ ਰੱਖੇ ਗਏ ਸੁੱਚਾ ਆਨੰਦ ਵੱਲੋਂ। ਵੀ ਵੇਖਦੇ ਆ ਇਹਨਾਂ ਦਾ ਧਿਆਨ ਕਿਹੜੇ ਪਾਸੇ ਹੈ, ਕਿਉਂਕਿ ਕਈ ਦਿਨ ਦੇ ਭੁੱਖੇ ਵੀ ਸਨ ਤੇ ਬਚਪਨਾ ਸੀ, ਬਚਪਨ ਵਿੱਚ ਖੇਡਾਂ ਪਿਆਰੀਆਂ ਲੱਗਦੀਆਂ ਨੇ। ਸਾਹਿਬਜ਼ਾਦੇ ਜਦੋਂ ਆਏ ਉਹਨਾਂ ਨੇ ਖਾਣ ਵਾਲੇ ਪਾਸੇ ਨਹੀਂ ਧਿਆਨ ਦਿੱਤਾ, ਖਿਡੌਣਿਆਂ ਨੂੰ ਨਹੀਂ ਵੇਖਿਆ, ਜਿੱਥੇ ਸ਼ਸਤਰ ਪਏ ਸਨ ਆ ਕੇ ਸ਼ਸਤਰ ਚੁੱਕ ਲਏ। ਤੇ ਹੁਣ ਸੁੱਚਾ ਆਨੰਦ ਵਜ਼ੀਰ ਖਾਨ ਨੂੰ ਆਖਦਾ, ਵੇਖਿਆ ਇਹ ਬਾਗੀ ਪਿਤਾ ਦੇ ਪੁੱਤਰ ਨੇ, ਇਹਨਾਂ ਨੇ ਬਾਗੀ ਹੀ ਬਣਨਾ। ਫਿਰ ਉਹੀ ਸ਼ਰਤ ਰੱਖੀ ਗਈ ਵੀ ਤੁਸੀਂ ਇਕੱਲੇ ਰਹਿ ਗਏ ਹੋ, ਮੰਨ ਜਾਓ, ਨਹੀਂ ਤਾਂ ਤੁਹਾਨੂੰ ਸਜ਼ਾਵਾਂ ਦਿੱਤੀਆਂ ਜਾਣੀਆਂ ਨੇ। ਜਦੋਂ ਸਾਹਿਬਜ਼ਾਦੇ ਨਹੀਂ ਮੰਨੇ, ਕਹਿੰਦੇ ਮੌਤ ਤੋਂ ਕੀ ਡਰਨਾ, ਜਿਸ ਮੌਤ ਨੇ ਆਉਣਾ ਹੀ ਆਉਣਾ ਉਹਦੇ ਤੋਂ ਕੀ ਘਬਰਾਉਣਾ, ਵੀ ਮਰਨ ਤੋਂ ਨਹੀਂ ਅਸੀਂ ਡਰਦੇ, ਜੋ ਤੇਰਾ ਦਿਲ ਕਰਦਾ ਸੁਬਿਆ ਤੂੰ ਕਰ। ਹੁਣ ਇੱਥੇ ਸੂਬਾ ਸਰਹੰਦ ਹੁਣ ਕਾਜੀ ਨੂੰ ਆਖਦਾ ਵੀ ਕੋਈ ਫਤਵਾ ਜਾਰੀ ਕਰ। ਕਾਜੀ ਕਹਿੰਦਾ ਵੀ ਸਾਡੇ ਜਿਹੜਾ ਮੁਸਲਮ ਧਰਮ ਹੈ ਉਹਦੇ ਵਿੱਚ ਕਿਤੇ ਵੀ ਐਸਾ ਫਤਵਾ ਨਹੀਂ ਬਣਦਾ ਵੀ ਛੋਟੇ ਬੱਚਿਆਂ ਨੂੰ ਕੋਈ ਫਤਵਾ ਸੁਣਾਇਆ ਜਾਏ, ਵੀ ਦੁਸ਼ਮਣੀ ਪਿਤਾ ਦੇ ਨਾਲ ਹੋਵੇ ਤੇ ਸਜ਼ਾ ਬੱਚਿਆਂ ਨੂੰ ਦਿੱਤੀ ਜਾਏ, ਵੀ ਇਹ ਕਿਤੇ ਵੀ ਐਸਾ ਫਤਵਾ ਨਹੀਂ ਮੈਂ ਜਾਰੀ ਕਰ ਸਕਦਾ। ਪਰ ਵਜ਼ੀਰ ਖਾਨ ਕਹਿੰਦਾ ਹੈ ਵੀ ਇਹ ਬਾਗੀ ਨੇ, ਇਹਨਾਂ ਨੂੰ ਸਜ਼ਾ ਦੇਣੀ ਹੈ। ਹੁਣ ਸੁੱਚਾ ਆਨੰਦ ਜਿਹੜਾ ਕੋਲ ਖੜਾ ਸੀ, ਹੈ ਹਿੰਦੂ ਸੀ, ਪਰ ਇਹਦਾ ਜਿਹੜਾ ਕਹਿ ਸਕਦੇ ਆ ਇਹ ਲੂਣ ਹਰਾਮੀ ਹੋ ਗਿਆ ਸੀ।
ਹੁਣ ਸੁੱਚਾ ਆਨੰਦ ਕਹਿੰਦਾ ਹੈ ਵੀ ਹੁਣੇ 1 ਮਿੰਟ ਰੁਕ ਜਾਓ, ਹੁਣੇ ਨਿਰਣਾ ਕਰ ਲੈਨੇ ਆ। ਹੁਣ ਸਾਹਿਬਜ਼ਾਦੇ ਨੂੰ ਸੁੱਚਾ ਆਨੰਦ ਪੁੱਛਦਾ ਹੈ ਵੀ ਜੇਕਰ ਤੁਹਾਨੂੰ ਬਖਸ਼ ਦਿੱਤਾ ਜਾਏ, ਤੁਹਾਨੂੰ ਅਸੀਂ ਛੱਡ ਦਈਏ, ਤੁਸੀਂ ਕੀ ਕਰੋਗੇ? ਕਹਿੰਦੇ ਪਹਿਲੀ ਗੱਲ ਤਾਂ ਸੁਬਿਆ ਤੂੰ ਸਾਨੂੰ ਛੱਡਦਾ ਨਹੀਂ, ਜੇ ਛੱਡਦੇ ਅਸੀਂ ਜੰਗਲ ਵਿੱਚ ਜਾਵਾਂਗੇ, ਆਪਣੇ ਸਿੱਖ ਭਰਾਵਾਂ ਨੂੰ ਇਕੱਠਾ ਕਰਾਂਗੇ, ਫੌਜ ਤਿਆਰ ਕਰਾਂਗੇ, ਤੇਰੇ ਨਾਲ ਲੜਾਂਗੇ। ਹੁਣ ਕਹਿੰਦਾ ਜੇ ਤੁਹਾਨੂੰ ਫੇਰ ਅਸੀਂ ਛੱਡ ਦਈਏ ਦੂਜੀ ਵਾਰ ਵੀ ਤੁਹਾਡੇ ਤੇ ਤਰਸ ਕਰਕੇ, ਕਹਿੰਦੇ ਫੇਰ ਵੀ ਅਸੀਂ ਉਹੀ ਕਰਾਂਗੇ, ਜੰਗਲ ਵਿੱਚ ਜਾਵਾਂਗੇ, ਫੌਜ ਤਿਆਰ ਕਰਾਂਗੇ, ਆ ਕੇ ਲੜਾਂਗੇ, ਜਾਂ ਸੂਬੇ ਨੂੰ ਮਾਰਾਂਗੇ, ਜੇ ਸੂਬਾ ਸਾਨੂੰ ਨਹੀਂ ਮਾਰਦਾ ਅਸੀਂ ਸੂਬੇ ਸਰਹੰਦ ਨੂੰ ਮਾਰ ਮੁਕਾਵਾਂਗੇ। ਹੁਣ ਸੁੱਚਾ ਆਨੰਦ ਆਖਦਾ ਵੀ ਵੇਖਿਆ ਵੀ ਸੂਲਾਂ ਜੰਮਦੀਆਂ ਹੀ ਤਿੱਖੀਆਂ ਹੁੰਦੀਆਂ ਨੇ। ਇਹ ਭੁਜੰਗ ਨੇ, ਜਿਹੜਾ ਆਪਾਂ ਸ਼ਬਦ ਵਰਤਦੇ ਆ ਨਾ ਵੀ ਸਤਿਗੁਰੂ ਨੇ ਭੁਜੰਗੀ ਦੀ ਦਾਤ ਬਖਸ਼ੀ ਹੈ, ਭੁਜੰਗ ਸੱਪ ਨੂੰ ਆਖਦੇ ਨੇ, ਵੀ ਇਹ ਸੱਪ ਦੇ ਬੱਚੇ ਸਪੋਲੀਏ ਨੇ, ਇਹ ਭੁਜੰਗ ਨੇ, ਇਹਨਾਂ ਨੂੰ ਬਖਸ਼ਿਆ ਨਾ ਜਾਏ। ਆਖਰ ਕਾਜੀ ਨੇ ਸਜ਼ਾ ਮੁਕਰਰ ਕਰਨ ਤੋਂ ਪਹਿਲਾਂ ਹੁਣ ਤੇ ਮਲੇਰਕੋਟ ਦਾ ਨਵਾਬ ਬੈਠਾ ਸ਼ੇਰ ਖਾਂ, ਮੁਹੰਮਦ ਸ਼ੇਰ ਖਾਂ, ਉਹਨੂੰ ਵਜ਼ੀਰ ਖਾਂ ਆਖਦਾ ਹੈ ਵੀ ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜ੍ਹ ਵਿੱਚ ਮਾਰ ਮੁਕਾਇਆ ਨਾਹਰ ਖਾਨ ਨੂੰ, ਵੀ ਤੂੰ ਬਦਲਾ ਲੈ ਆਪਣੇ ਭਰਾ ਦਾ। ਹੁਣ ਮੁਹੰਮਦ ਸ਼ੇਰ ਖਾਂ ਆਖਦਾ ਹੈ ਵੀ ਮੇਰੇ ਭਰਾ ਨੂੰ ਉਹਨਾਂ ਨੇ ਮਾਰ ਮੁਕਾਇਆ, ਮੇਰੇ ਮਨ ਅੰਦਰ ਰੋਸ ਹੈ, ਗੁੱਸਾ ਹੈ, ਪਰ ਮੈਂ ਬਦਲਾ ਲੈਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ। ਜਦੋਂ ਉਹ ਮੇਰੇ ਸਾਹਮਣੇ ਆਉਣਗੇ ਤੇ ਮੈਂ ਜੰਗ ਲੜਾਂਗਾ, ਉਹਨਾਂ ਦੇ ਨਾਲ ਮੈਂ 2 ਹੱਥ ਕਰਾਂਗਾ, ਮੈਂ ਛੋਟੇ ਬੱਚਿਆਂ ਤੇ ਵਾਰ ਨਹੀਂ ਕਰ ਸਕਦਾ, ਵੀ ਇਹਨਾਂ ਨੂੰ ਸਜ਼ਾ ਨਾ ਦਿੱਤੀ ਜਾਏ। ਜਿਹਨੂੰ ਆਪਾਂ ਆਖਦੇ ਹਾਂ ਦਾ ਨਾਰਾ ਮਾਰਿਆ। ਇੱਕੋ ਇੱਕ ਭਰੀ ਕਚਹਿਰੀ ਵਿੱਚ ਮੁਹੰਮਦ ਸ਼ੇਰ ਖਾਂ ਮਲੇਰਕੋਟ ਦੇ ਨਵਾਬ ਸੀ, ਜਿਹਨੇ ਹਾਂ ਦਾ ਨਾਰਾ ਮਾਰਿਆ ਵੀ ਇਹਨਾਂ ਨੂੰ ਸਜ਼ਾ ਨਾ ਦਿੱਤੀ ਜਾਏ, ਵੀ ਸਾਡਾ ਜਿਹੜਾ ਵਿਰੋਧ ਹੈ ਇਹਨਾਂ ਦੇ ਪਿਤਾ ਦੇ ਨਾਲ ਹੈ, ਉਹਨਾਂ ਤੋਂ ਅਸੀਂ ਬਦਲਾ ਲਾਂਗੇ, ਇਹਨਾਂ ਨੂੰ ਮਾਫ ਕਰ ਦਿੱਤਾ ਜਾਏ। ਪਰ ਕਿਤੇ ਆਖਰ ਕਾਜੀ ਨੇ ਫਤਵਾ ਜਾਰੀ ਕਰ ਦਿੱਤਾ ਵੀ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਏ। ਹੁਣ ਅੱਜ ਬੱਚੇ ਜਦੋਂ ਮਾਤਾ ਜੀ ਕੋਲ ਜਾਂਦੇ ਨੇ, ਹੁਣ ਸਾਰੀ ਗੱਲ ਦੱਸਦੇ ਨੇ। ਹੁਣ ਮਾਤਾ ਜੀ ਨੂੰ ਯਕੀਨ ਹੋ ਗਿਆ ਵੀ ਜਿਸ ਤਰ੍ਹਾਂ ਦੇ ਜਵਾਬ ਦੇ ਕੇ ਆਏ ਨੇ, ਹੁਣ ਇਹਨਾਂ ਦੀ ਸ਼ਹਾਦਤ ਪੱਕੀ ਹੈ, ਵੀ ਕੱਲ ਇਹਨਾਂ ਨੇ ਮੁੜ ਕੇ ਮੇਰੇ ਕੋਲ ਨਹੀਂ ਆਉਣਾ। ਹੁਣ ਦੋਨੇ ਸਾਹਿਬਜ਼ਾਦਿਆਂ ਨੂੰ ਹੁਣ ਅਗਲੇ ਦਿਨ ਲਿਜਾ ਕੇ ਲਿਜਾਇਆ ਗਿਆ। ਹੁਣ ਸਜ਼ਾ ਦਿੱਤੀ ਜਾਣੀ ਹੈ। ਕੋਈ ਵੀ ਜਲਾਦ ਸਜ਼ਾ ਦੇਣ ਨੂੰ ਤਿਆਰ ਨਾ, ਕਿਉਂਕਿ ਸਜ਼ਾ ਬਣਦੀ ਨਹੀਂ ਸੀ। ਇੱਥੇ ਸਾਸਲ ਬੇਗ ਤੇ ਵਾਸਲ ਬੇਗ ਜੋ ਕਿ ਪੇਸ਼ੀ ਭੁਗਤਣ ਵਾਸਤੇ ਦਿੱਲੀ ਤੋਂ ਸਰਹੰਦ ਆਏ ਹੋਏ ਸਨ, ਉਹਨਾਂ ਨੂੰ ਵਜ਼ੀਰ ਖਾਂ ਆਖਦਾ ਵੀ ਮੈਂ ਤੁਹਾਡੀ ਸਿਫਾਰਿਸ਼ ਕਰਕੇ ਸਜ਼ਾ ਮਾਫ ਕਰਾ ਦਾਂਗਾ, ਕਿ ਤੁਸੀਂ ਇਹਨਾਂ ਨੂੰ ਸ਼ਹੀਦ ਕਰਨਾ ਹੈ, ਮਾਰਨਾ ਹੈ। ਉਹ ਮੰਨ ਗਏ। ਹੁਣ ਦੋਨਾਂ ਨੂੰ ਨੀਹਾਂ ਵਿੱਚ ਜਦੋਂ ਚਿਣਿਆ ਗਿਆ, ਇੱਥੇ ਇੱਕ ਐਸੀ ਵੀ ਘਟਨਾ ਦਾ ਜ਼ਿਕਰ ਹੁੰਦਾ ਹੈ। ਕਹਿੰਦੇ ਜਦੋਂ ਕੰਧ ਬਾਬਾ ਜੋਰਾਵਰ ਸਿੰਘ ਜੀ ਦੇ ਜਦੋਂ ਗੋਡੇ ਤੱਕ ਪਹੁੰਚੀ ਨਾ, ਤੇ ਗੋਡੇ ਦੀ ਜਿਹੜੀ ਚੱਪਣੀ ਉਹ ਬਾਹਰ ਆ ਗਈ ਥੋੜੀ ਜੀ। ਜਦੋਂ ਕਹਿੰਦੇ ਮਿਸਤਰੀ ਇੱਟ ਕੱਟ ਕੇ ਲਾਉਣ ਲੱਗਾ, ਕਹਿੰਦੇ ਸੁੱਚਾ ਆਨੰਦ ਕਹਿੰਦਾ ਸਰਕਾਰੀ ਇੱਟ ਨਾ ਖਰਾਬ ਕਰ, ਚੱਪਣੀ ਨੂੰ ਹੀ ਵੱਢ ਦੇ। ਤੇਸੀ ਦੇ ਨਾਲ ਸਰਕਾਰੀ ਇੱਟ ਨਾ ਖਰਾਬ ਕਰ, ਤੂੰ ਚੱਪਣੀ ਨੂੰ ਵੱਢਣਾ ਕਰ। ਪਰ ਦੇਖੋ ਧੰਨ ਗੁਰੂ ਦੇ ਸਾਹਿਬਜ਼ਾਦੇ ਜਿਹੜੇ ਅਡੋਲ ਖੜੇ ਰਹੇ। ਜਦੋਂ ਬਾਬਾ ਫਤਿਹ ਸਿੰਘ ਜੀ ਦਾ ਮੁਖ ਜਦੋਂ ਲਗਭਗ ਢੱਕਣ ਲੱਗਾ, ਤੇ ਬਾਬਾ ਜੋਰਾਵਰ ਸਿੰਘ ਦੇ ਅੱਖਾਂ ਵਿੱਚ ਹੰਝੂ। ਹੁਣ ਬਾਬਾ ਫਤਿਹ ਸਿੰਘ ਪੁੱਛਦੇ ਨੇ ਵੀ ਕੀ ਗੱਲ ਡੋਲ ਗਏ ਹੋ? ਹੁਣ ਕਹਿੰਦੇ ਵੀ ਡੋਲਿਆ ਨਹੀਂ, ਹੰਝੂ ਇਸ ਗੱਲ ਦੇ ਨੇ ਵੀ ਵੱਡਾ ਮੈਂ ਹਾਂ। ਮੈਂ ਪਹਿਲਾਂ ਦਾਦੇ ਦੀ ਗੋਦ ਵਿੱਚ ਜਾ ਕੇ ਆਨੰਦ ਮਾਣਨਾ ਸੀ, ਦਾਦੇ ਦੀ ਗੋਦ ਦਾ, ਵੀ ਤੁਸੀਂ ਛੋਟੇ ਹੁੰਦੇ ਹੋਏ ਵੀ ਮੇਰੇ ਤੋਂ ਪਹਿਲਾਂ ਦਾਦੇ ਦੀ ਗੋਦ ਦਾ ਆਨੰਦ ਮਾਣੋਗੇ, ਵੀ ਮੇਰੇ ਤੋਂ ਪਹਿਲਾਂ ਚੱਲੇ ਹੋ। ਆਖਰ ਕਹਿੰਦੇ ਚਿਣਿਆ ਗਿਆ, ਐਸਾ ਭਾਣਾ ਵਾਪਰਿਆ, ਕਹਿੰਦੇ ਉਹ ਕੰਧ ਡਿੱਗ ਗਈ। ਹੁਣ ਇੱਥੇ ਬੱਚਿਆਂ ਦੀ ਸ਼ਹਾਦਤ ਨਹੀਂ ਹੋਈ, ਬੱਚੇ ਬੇਹੋਸ਼ੀ ਦੀ ਹਾਲਤ 'ਚ ਉੱਥੇ ਪਏ ਰਹੇ। ਕਹਿੰਦੇ ਉਹਨਾਂ ਤੇ ਪਾਣੀ ਦੇ ਛਿੱਟੇ ਮਾਰੇ ਗਏ, ਉਹਨਾਂ ਨੂੰ ਹੋਸ਼ ਵਿੱਚ ਲਿਆਉਂਦਾ ਗਿਆ। ਫਿਰ ਪੁੱਛਿਆ ਗਿਆ ਵੀ ਹਜੇ ਵੀ ਮੌਕਾ ਹੈ ਤੁਹਾਡੇ ਕੋਲ, ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਜੇਕਰ ਤੁਸੀਂ ਈਨ ਮੰਨ ਲੈਂਦੇ ਹੋ, ਮੁਸਲਮਾਨੀ ਧਰਮ ਵਿੱਚ ਆਉਂਦੇ ਹੋ, ਤੇ ਤੁਹਾਨੂੰ ਬਖਸ਼ ਦਿੱਤਾ ਜਾਏਗਾ। ਪਰ ਸਾਹਿਬਜ਼ਾਦਿਆਂ ਦਾ ਉਹੀ ਜਵਾਬ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਲਾਲ ਹਾਂ, ਅਸੀਂ ਮਰਨ ਤੋਂ ਨਹੀਂ ਡਰਦੇ, ਨਾ ਅਸੀਂ ਸੀਸ ਝੁਕਾਉਣਾ ਹੈ। ਸਾਡਾ ਜਿਹੜਾ ਸੀਸ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਅੱਗੇ ਝੁਕਦਾ ਹੈ। ਅਸੀਂ ਤੇਰੇ ਅੱਗੇ ਨਾ ਸੀਸ ਝੁਕਾਈਏ ਤੇ ਨਾ ਅਸੀਂ ਤੇਰੀ ਈਨ ਮੰਨੀਏ। ਕਹਿੰਦੇ ਫੇਰ ਜਲਾਦਾਂ ਨੂੰ ਹੁਕਮ ਕੀਤਾ ਗਿਆ, ਸਾਸਲ ਬੇਗ ਤੇ ਬਾਸਲ ਬੇਗ, ਉਹਨਾਂ ਨੇ ਸਾਹਿਬਜ਼ਾਦਿਆਂ ਦੀ ਛਾਤੀ ਤੇ ਗੋਡਾ ਰੱਖ ਕੇ ਛੁਰਾ ਘੋਪ ਕੇ ਦੋਨਾਂ ਨੂੰ ਵਾਰੀ-ਵਾਰੀ ਸ਼ਹੀਦ ਕੀਤਾ। ਇੱਕ ਇਤਿਹਾਸ ਖਰੜਿਆਂ ਵਿੱਚ ਇਹ ਵੀ ਮਿਲਦਾ ਹੈ ਵੀ ਬਾਬਾ
ਫਤਿਹ ਸਿੰਘ ਦਾ ਨਾਲੋਂ ਨਾਲ ਸ਼ਹੀਦੀ ਪਾ ਗਏ ਤੇ ਬਾਬਾ ਜੋਰਾਵਰ ਸਿੰਘ ਕਹਿੰਦੇ ਲਗਭਗ ਅੱਧੀ ਘੜੀ 12 ਮਿੰਟ ਤੱਕ ਉਹ ਤੜਫਦੇ ਰਹੇ। ਅੱਧੀ ਘੜੀ 12 ਮਿੰਟ ਤੱਕ ਉਹਨਾਂ ਦਾ ਸਰੀਰ ਤੜਫਿਆ। ਇਹ ਜਿਹੜਾ ਸਮਾਂ ਮਿਲਦਾ ਹੈ ਅੱਜ ਇਤਿਹਾਸ ਵਿੱਚ ਲਗਭਗ 10:45 ਮਿੰਟ ਦਾ ਸਮਾਂ ਮਿਲਦਾ ਹੈ। 10:30 ਪੌਣੇ 11 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ। ਵੱਡੇ ਸਾਹਿਬਜ਼ਾਦੇ